ਨਿਸ਼ਾਨ ਗੋਲੀਆਂ ਸਾਰੇ ਦੇ ਮਾਰਤੀਆਂ ਸੀਗੀਆਂ। ਉਹ ਨਿਸ਼ਾਨ ਮਿਟਾਉਣਾ ਚਾਹੁੰਦੇ ਤੇ ਗੋਲੀਆਂ ਦਾ ਵੀ ਅੱਗੇ ਲਾ ਦਿਓ ਵੀ ਫੂਕ ਹੋ ਜਾਵੇ। ਸਾਨੂੰ ਇੱਥੇ ਰੋਪੜ ਤੇ ਉਦੋਂ ਐਸਐਸਪੀ ਦੀ ਗੱਡੀ ਆ ਰਹੀ ਸੀ, ਕਾਫਲਾ ਆ ਰਿਹਾ ਸੀ ਚੱਲਿਆ, ਠੀਕ ਹੈ ਜੀ। ਉਹਨਾਂ ਨੇ ਦੇਖਿਆ ਵੀ ਸਰਦਾਰ ਮੁੰਡੇ ਜਾ ਰਹੇ ਨੇ, ਰੋਕੋ। ਸਾਨੂੰ ਰੋਕਿਆ ਉਹਨਾਂ ਨੇ, ਪੁਲਿਸ ਨੇ ਰੋਕ ਕੇ ਕਹਿੰਦੇ ਕਿੱਥੇ ਚੱਲਿਆ ਸੀ? ਰੋਪੜ। ਕਿਹੜਾ ਪਿੰਡ ਹੈ? ਜਟਾਣਾ। ਇੱਕ ਦਾਦੀ ਇੱਕ ਭਾਣਜਾ, ਇਹ ਦੋਹੇ ਬੈੱਡ ਦੇ ਉੱਪਰ ਸੜ ਰਹੇ ਸੀਗੇ। ਅਸੀਂ ਖੁਦ ਪਾਸੇ ਕਰਿਆ ਸੀ। ਬਾਬੂਸ਼ਾਹੀ ਦੇਖ ਰਹੇ ਹੋ ਤੁਸੀਂ। ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ ਆਇਆ, ਉਹਨਾਂ ਦੀ ਮੌਤ ਤੋਂ ਬਾਅਦ SYL ਗੀਤ ਆਇਆ ਜਿਹਦੇ ਵਿੱਚ ਬਲਵਿੰਦਰ ਜਟਾਣਾ ਦਾ ਜ਼ਿਕਰ ਹੋਇਆ। ਬਲਵਿੰਦਰ ਜਟਾਣਾ ਦਾ ਨਾਮ ਜਿਹੜਾ SYL ਦੇ ਨਾਲ ਜੋੜਿਆ ਜਾ ਰਿਹਾ ਹੈ, ਕਿਉਂਕਿ SYL ਦੀ ਜਦੋਂ ਤੋਂ ਵੀ ਗੱਲ ਚੱਲੀ ਹੈ ਤਾਂ ਬਲਵਿੰਦਰ ਜਟਾਣਾ ਦਾ ਜਿਹੜਾ ਰੋਲ ਸੀ ਉਹ ਇੱਕ ਵੱਡਾ ਰੋਲ ਸੀ, ਕਿਉਂਕਿ ਉਹਨਾਂ ਨੇ ਉਸ ਵੇਲੇ 1990 ਦੇ ਵਿੱਚ SYL ਦੇ ਦਫ਼ਤਰ ਜਾ ਕੇ, ਚੰਡੀਗੜ੍ਹ 26 ਸੈਕਟਰ ਜਾ ਕੇ ਚੀਫ ਇੰਜੀਨੀਅਰ ਤੇ ਸੁਪਰਿੰਟੈਂਡਿੰਗ ਇੰਜੀਨੀਅਰ ਜਿਹੜੇ ਸੀਗੇ ਉਹਨਾਂ ਨੂੰ ਗੋਲੀ ਮਾਰੀ ਸੀ, ਉਹਨਾਂ ਨੂੰ ਮਾਰਿਆ ਸੀਗਾ। ਤੇ ਉਸ ਤੋਂ ਬਾਅਦ ਕਿਉਂਕਿ ਤੁਹਾਡੇ ਸਾਰਿਆਂ ਨੂੰ ਪਤਾ, ਤੁਸੀਂ ਸੁਣਿਆ ਹੀ ਹੋਣਾ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਪਰਿਵਾਰ ਤੇ ਤਸ਼ੱਦਦ ਜਿਹੜਾ ਢਾਇਆ ਗਿਆ ਸੀਗਾ। ਜਟਾਣਾ ਪਿੰਡ ਦੇ ਉਹ ਰਹਿਣ ਵਾਲੇ ਸੀ। ਅਸੀਂ ਜਟਾਣਾ ਪਿੰਡ ਆ ਚੁੱਕੇ ਹਾਂ ਉਹਨਾਂ ਦੇ ਘਰ ਦੇ ਕੋਲ, ਤੇ ਇਸੇ ਜਗ੍ਹਾ ਜਿੱਥੇ ਅਸੀਂ ਇਸ ਵੇਲੇ ਮੌਜੂਦ ਹਾਂ, ਇਸੇ ਥਾਂ ਤੇ ਬਲਵਿੰਦਰ ਜਟਾਣਾ ਦਾ ਘਰ ਹੁੰਦਾ ਸੀਗਾ। ਤੇ ਜਿਸ ਵੇਲੇ ਤੜਕੇ ਆ ਕੇ ਕਿਹਾ ਜਾਂਦਾ ਕਿ ਪੂਲਾ ਨਿਹੰਗ ਸਿੰਘ ਸੀ ਤੇ ਉਹਨਾਂ ਦੇ ਨਾਲ ਹੋਰ ਜਿਹੜੇ ਕਈ ਸਾਥੀ ਸੀਗੇ, ਉਹਨਾਂ ਨੇ ਆ ਕੇ ਜਿਹੜਾ ਉਹਨਾਂ ਦੀ ਪੂਰੀ ਫੈਮਿਲੀ ਨੂੰ ਗੋਲੀਆਂ ਮਾਰੀਆਂ ਤੇ ਉਸ ਤੋਂ ਬਾਅਦ ਘਰ ਨੂੰ ਜਿਹੜੀ ਅੱਗ ਲਾਤੀ ਸੀਗੀ, ਤੇਲ ਪਾ ਕੇ ਅੱਗ ਲਾਈ ਸੀਗੀ। ਤੇ ਸਾਰੇ ਦੇ ਸਾਰੇ ਜਿਹੜੇ ਫੈਮਿਲੀ ਮੈਂਬਰ ਸੀਗੇ ਉਹ ਇਸੇ ਘਰ ਦੇ ਵਿੱਚ ਜਿਹੜਾ ਉਹਨਾਂ ਦੀ ਮੌਤ ਹੋ ਗਈ ਸੀਗੀ। ਸੋ ਬੜੀ ਦਰਦਨਾਕ ਮੌਤ ਸੀਗੀ। ਤੇ ਹੁਣ ਅਸੀਂ ਉਸ ਥਾਂ ਤੇ ਪਹੁੰਚ ਚੁੱਕੇ ਹਾਂ ਤੇ ਤੁਸੀਂ ਦੇਖ ਵੀ ਸਕਦੇ ਹੋ ਇਸ ਵੇਲੇ, ਹਾਲਾਂਕਿ ਉਹ ਘਰ ਜਿਹੜਾ ਸੀਗਾ ਉਹਦੀ ਕੋਈ ਨਿਸ਼ਾਨੀ ਨਹੀਂ ਬਚੀ, ਪਰ ਉਹਦੇ ਜਸਟ ਅੱਗੇ ਜਿਹੜਾ ਹੈਗਾ ਫੈਮਿਲੀ ਨੇ ਬਾਅਦ 'ਚ ਜਿਹੜਾ ਨਵਾਂ ਘਰ ਹੈ ਉਹ ਬਣਾਇਆ ਸੀਗਾ। ਤੇ ਜਟਾਣਾ ਪਿੰਡ ਦੇ ਲੋਕਾਂ ਦੇ ਨਾਲ ਗੱਲ ਕਰਾਂਗੇ ਤੇ ਬਲਵਿੰਦਰ ਜਟਾਣਾ ਦੇ ਜਿਹੜੇ ਭਰਾ ਨੇ, ਉਹਨਾਂ ਦੇ ਚਾਚਾ ਜੀ ਦੇ ਬੇਟੇ ਨੇ ਜਸਵੀਰ ਸਿੰਘ, ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਤੇ ਜਾਣਨ ਦੀ ਕੋਸ਼ਿਸ਼ ਕਰਾਂਗੇ ਪਹਿਲਾਂ ਤਾਂ ਉਹਨਾਂ ਦੀ ਨਿੱਜੀ ਜ਼ਿੰਦਗੀ ਬਾਰੇ, ਕਿ ਇਸ ਤਰੀਕੇ ਦੀ ਜ਼ਿੰਦਗੀ ਉਹਨਾਂ ਦੀ ਰਹੀ, ਕਿ ਇਸ ਤਰੀਕੇ ਦੇ ਸ਼ੱਕ ਸੀਗੇ, ਤੇ ਫਿਰ ਜੋ ਵੀ ਉਦੋਂ ਘਟਨਾਵਾਂ ਹੋਈਆਂ ਉਹਦੇ ਬਾਰੇ ਵੀ ਜਿਹੜੀ ਹੈ ਵਿਚਾਰ ਹੈ ਉਹ ਅਸੀਂ ਕਰਾਂਗੇ। ਸੋ ਇਹ ਜਿਹੜਾ ਘਰ ਹੈਗਾ ਤੁਸੀਂ ਦੇਖ ਰਹੇ ਹੋ, ਇਸ ਘਰ ਦੇ ਵਿੱਚ ਉਸ ਤੋਂ ਬਾਅਦ ਜਿਹੜੀ ਹੈ ਫੈਮਿਲੀ ਹੈ ਉਹ ਰਹਿਣ ਲੱਗ ਗਈ ਸੀਗੀ। ਤੇ ਸਾਰੀ ਹੁਣ ਜਿਹੜੀ ਪਿਛਲੀ ਕਹਾਣੀ ਹੈਗੀ ਹੈ ਉਹਦੇ ਬਾਰੇ ਜਿਹੜੀ ਹੈ ਗੱਲਬਾਤ ਕਰ ਲੈਂਦੇ ਹਾਂ। ਪਿੰਡ ਦੇ ਲੋਕ ਨੇ, ਫੈਮਿਲੀ 'ਚੋਂ ਵੀ ਨੇ। ਸਭ ਤੋਂ ਪਹਿਲਾਂ ਜਸਵੀਰ ਸਿੰਘ ਜੀ ਨੇ ਜਿਹੜੇ ਉਹਨਾਂ ਦੇ ਭਰਾ ਨੇ। ਜਸਵੀਰ ਸਿੰਘ ਜੀ, ਬਲਵਿੰਦਰ ਜਟਾਣਾ ਜੀ ਦਾ ਜ਼ਿਕਰ ਜਿਹੜਾ ਦੁਬਾਰੇ ਗੀਤ ਦੇ ਵਿੱਚ ਹੋਇਆ ਸਿੱਧੂ ਮੂਸੇਵਾਲਾ ਦਾ, ਤੁਹਾਨੂੰ ਕਿਵੇਂ ਲੱਗਿਆ ਸੁਣ ਕੇ? ਦੇਖੋ, ਬਹੁਤ ਵਧੀਆ ਲੱਗਿਆ। ਮਾਣ ਵਾਲੀ ਗੱਲ ਹੈ, ਸਾਡਾ ਵੀਰ ਦਾ ਦੁਆਰਾ ਜਿਹੜਾ ਨਾਮ ਰੋਸ਼ਨ ਹੋਇਆ, ਜਿਹਦੇ ਇਸ ਉਮਰ ਦੇ ਯਾਨੀ 35-40 ਸਾਲ ਦੀ ਉਮਰ ਦੇ ਬੰਦੇ ਆ, ਉਹਨਾਂ ਨੂੰ ਇਹ ਨਹੀਂ ਪਤਾ ਤਾ ਵੀ SYL ਜਿਹੜੀ ਨਹਿਰ ਹੈ ਕਿਉਂ ਬੰਦ ਹੋਈ ਹੈ, ਔਰ ਬਲਵਿੰਦਰ ਸਿੰਘ ਜਟਾਣਾ ਬਾਰੇ ਕਿਸੇ ਨੂੰ ਨਹੀਂ ਪਤਾ ਤਾ। ਲੇਕਿਨ ਸਿੱਧੂ ਮੂਸੇਵਾਲਾ ਜੀ ਨੇ ਦੁਆਰਾ ਜਿਹੜੀ ਹੈ ਜਾਗਰਤੀ ਕਰਤੀ ਹੈ, ਔਰ ਨੌਜਵਾਨ ਵਰਗ ਨੂੰ ਵੀ ਪਤਾ ਚੱਲਿਆ ਇਸ ਦਾ ਵੀ ਕਿਉਂ ਬੰਦ ਹੋਈ ਹੈ ਔਰ ਉਹਨਾਂ ਦਾ ਕਿਆ ਰੋਲ ਤਾ। ਸੋ ਰੋਲ ਦੀ ਆਪਾਂ ਗੱਲ ਕਰਾਂਗੇ। ਪਹਿਲਾਂ ਮੈਂ ਚਾਹੂੰਗਾ ਵੀ, ਕਿਉਂਕਿ ਤੁਸੀਂ ਫੈਮਿਲੀ ਦਾ ਹਿੱਸਾ ਹੋ, ਪਹਿਲਾਂ ਉਹਨਾਂ ਬਾਰੇ ਦੱਸੋ ਜੀ। ਉਹ ਕਦੋਂ ਜਨਮ ਹੋਇਆ ਤੇ ਕਿਵੇਂ ਦੇ ਸੀਗੇ, ਕਿਵੇਂ ਦੀ ਫੈਮਿਲੀ ਦੀ ਉਦੋਂ ਸਿਚੁਏਸ਼ਨ ਕਿਵੇਂ ਦੀ ਸੀਗੀ, ਕਿਵੇਂ ਕੰਮਕਾਰ ਕਰਦੇ ਸੀ, ਤੇ ਫਿਰ ਕਿੱਥੇ ਪੜ੍ਹਾਈ ਉਹਨਾਂ ਨੇ ਕੀਤੀ? ਐਕਚੁਅਲ ਉਹਨਾਂ ਦਾ ਜਨਮ 63 'ਚ ਜਨਮ ਹੋਇਆ ਜੀ, ਜੁਲਾਈ 63 ਜਨਮ ਹੋਇਆ ਉਹਨਾਂ ਦਾ। ਔਰ ਉਸ ਤੋਂ ਬਾਅਦ ਉਹਨੇ ਜਿਹੜੀ ਸਿੱਖਿਆ ਪਹਿਲਾਂ ਤਾਂ ਇੱਥੇ ਪੜ੍ਹੇ, ਪਿੰਡ ਦੇ ਸਕੂਲ 'ਚ ਪੜ੍ਹੇ। ਉਸ ਤੋਂ ਬਾਅਦ ਜਿਹੜਾ ਹੈ ਬੇਲਾ ਕਾਲਜ 'ਚ ਗ੍ਰੈਜੂਏਸ਼ਨ ਕੀਤੀ ਉਹਨਾਂ ਨੇ। ਫਿਰ ਉਹ ਰੋਪੜ ਗੌਰਮੈਂਟ ਕਾਲਜ ਜਿਹੜਾ ਹੈਗਾ MA ਕਰ ਰਹੇ ਤੇ ਜੀ ਇੰਗਲਿਸ਼ ਦੀ ਜੀ। ਔਰ ਜਿਹੜਾ ਘਰੇਲੂ ਆਪਣਾ ਜਿਹੜਾ ਪਰਿਵਾਰ ਤਾਂ ਯਾਨੀ ਨੋਰਮਲ ਪਰਿਵਾਰ ਤਾਂ ਕੋਈ ਇੰਨਾ ਉਹ ਨਹੀਂ ਤਾਂ ਹੈਗਾ, ਯਾਨੀ ਉਹ ਪਹਿਲਾਂ ਹੀ ਗੁਰਸਿੱਖੀ ਨਾਲ ਬਹੁਤ ਜੁੜੇ ਹੋਏ ਤੇ। ਤੇ ਕਿਉਂਕਿ ਜਿਵੇਂ ਤੁਸੀਂ ਦੱਸਿਆ MA ਇੰਗਲਿਸ਼ ਉਹ ਕਰ ਰਹੇ ਸੀ, ਸਟੂਡੈਂਟ ਸੀਗੇ, ਪੜ੍ਹਾਈ ਦੇ ਵਿੱਚ ਸਕੂਲ ਵੇਲੇ ਤੋਂ ਹੀ ਇੰਟੈਲੀਜੈਂਟ ਸੀਗੇ ਜਾਂ ਕਾਲਜ ਜਾ ਕੇ ਪੜ੍ਹਨ ਲੱਗੇ? ਕਿਵੇਂ ਸੀ ਪੜ੍ਹਾਈ ਦੇ ਵਿੱਚ, ਕਿੰਨੀ ਕੁ ਰੁਚੀ ਸੀ? ਉਹ ਇੰਨੇ ਜ਼ਿਆਦਾ ਇੰਟੈਲੀਜੈਂਟ ਤੇ ਜੇ ਮੇਰਾ ਆਪਣਾ ਹੋਇਆ ਵੀ ਅੱਜ ਕਿਤੇ ਚੰਗੇ ਅਫਸਰ ਲੱਗੇ ਪਏ ਹੁੰਦੇ। ਅੱਛਾ ਜੀ। ਯਾਨੀ ਉਹਨਾਂ ਦੀ ਸਟੱਡੀ ਯਾਨੀ ਇੰਨੇ ਇੰਟੈਲੀਜੈਂਟ ਤੇ ਤੁਸੀਂ ਇਹਨਾਂ ਦੇਖ ਲਓ ਵੀ ਚੰਗੇ ਅਫਸਰ ਲੱਗੇ ਹੋਣਾ ਤੁਹਾਨੂੰ।
ਆਪ ਹੀ ਉਹ ਕਿਤਾਬਾਂ ਪੜ੍ਹ ਕੇ ਆਪਣੇ ਦਮ ਤੇ ਹੀ ਹੈ ਜਿਹੜੀ ਇੰਨੀ ਪੜ੍ਹਾਈ ਕਰਦੇ ਸੀ ਜਾਂ ਕਿਸੇ ਤੋਂ ਗਾਈਡੈਂਸ ਲੈਂਦੇ ਸੀ? ਨਹੀਂ, ਆਪਣੇ ਦਮ ਤੇ ਹੀ ਪੜ੍ਹਦੇ ਤੇ ਜੀ ਉਹ, ਯਾਨੀ ਆਪਣਾ ਘਰ ਯਾਨੀ ਪੂਰਾ ਘਰੇ ਪੜ੍ਹਦੇ ਤੇ ਜੀ। ਹਾਂ ਜੀ। ਜਸਵੀਰ ਸਿੰਘ ਜੀ, ਫਿਰ ਗੱਲ ਆਉਂਦੀ ਹੈ ਵੀ ਜਦੋਂ ਉਹਨਾਂ ਨੂੰ ਘਰ ਛੱਡ ਕੇ ਜਾਣਾ ਪੈ ਗਿਆ ਸੀ, ਫਿਰ ਉਹ ਬਾਹਰ ਰਹਿੰਦੇ ਰਹੇ ਤੇ ਉਸ ਤੋਂ ਬਾਅਦ ਕਿਵੇਂ ਵੀ ਇਸ ਲਹਿਰ ਦੇ ਨਾਲ ਜੁੜੇ ਸੀਗੇ, ਬੱਬਰ ਖਾਲਸਾ ਦੇ ਗਰੁੱਪ ਦੇ ਨਾਲ ਉਹਨਾਂ ਨੂੰ ਜੋੜਿਆ ਗਿਆ ਸੀ ਤੇ ਉਸ ਤੋਂ ਬਾਅਦ ਜੋ ਉਹਨਾਂ ਨੇ ਇਹ ਸਟੈਪ ਚੁੱਕਿਆ, ਜਦੋਂ ਉਹਨਾਂ ਦੇ ਅੰਦਰ ਇੱਕ ਗੁੱਸਾ ਸੀ, ਇੱਕ ਦਰਦ ਸੀਗਾ ਕਿ ਪੰਜਾਬ ਦੇ ਪਾਣੀਆਂ ਨੂੰ ਕਿਸੇ ਹੋਰ ਨੂੰ ਕਿਉਂ ਦਿੱਤਾ ਜਾਵੇ। ਸੋ ਇਹ ਜਿਹੜਾ ਅਚਾਨਕ ਪੜ੍ਹਦੇ ਇੱਕ ਕਾਲਜ ਲਾਈਫ ਤੋਂ ਇਸ ਤਰੀਕੇ ਦੀ ਅਲੱਗ ਲਾਈਨ ਦੇ ਵਿੱਚ ਜਾਣ ਪਿੱਛੇ ਤੁਸੀਂ ਕੀ ਕਾਰਨ ਮੰਨਦੇ? ਐਕਚੁਅਲ ਪਹਿਲਾਂ ਜੀ ਜਦੋਂ ਉੱਥੇ ਤੋਂ ਘਰ ਛੱਡ ਕੇ ਗਏ ਆ ਜੀ, ਪਹਿਲਾਂ ਉਹਨਾਂ ਨੂੰ ਰੋਪੜ ਪੁਲਿਸ ਨੇ ਕੁੱਟਿਆ ਜਦੋਂ ਉੱਥੇ ਜਿਹੜੀ ਧਾਰਮਿਕ ਯਾਨੀ ਪ੍ਰੋਗਰਾਮ ਉਹਨਾਂ ਨੇ ਕਰਾਇਆ, ਉੱਥੇ ਉਹਨਾਂ ਨੂੰ 4-5 ਦਿਨ ਜਿਹੜਾ ਰੱਖਿਆ। ਫਿਰ ਇੱਕ ਵਾਰ ਉਹਨਾਂ ਨੇ ਪਟਿਆਲੇ ਗਏ, ਉੱਥੇ ਯੂਨੀਵਰਸਿਟੀ ਗਏ ਤੇ ਤਾਂ ਉੱਥੇ ਵੀ ਉਹਨਾਂ ਨੂੰ ਕੁੱਟਿਆ ਗਿਆ ਫੜ ਕੇ। ਉਸ ਤੋਂ ਬਾਅਦ ਹੌਲੀ ਹੌਲੀ, ਯਾਨੀ ਸਾਨੂੰ ਨਹੀਂ ਇਸ ਬਾਰੇ ਪਤਾ ਲੱਗਿਆ, ਹੌਲੀ ਹੌਲੀ ਉਸੇ ਲਹਿਰ 'ਚ ਚਲੇ ਗਏ ਜੀ। ਗੁਰਸਿੱਖੀ ਨਾਲ ਜੁੜੇ ਹੋਏ ਤੇ ਜੀ, ਇਸ ਕਰਕੇ ਉਹ ਯਾਨੀ ਉਹ ਨਹੀਂ, ਸਾਨੂੰ ਬਾਅਦ 'ਚੋਂ ਪਤਾ ਲੱਗਿਆ, ਸਾਨੂੰ ਬਾਅਦ 'ਚੋਂ ਹੀ ਪਤਾ ਲੱਗਿਆ ਵੀ ਉਹ ਇਸ ਲਹਿਰ 'ਚ ਚਲੇ ਗਏ। ਕੋਈ ਕੁਛ ਉਹਨਾਂ ਤੋਂ ਕੁਝ ਹੋਇਆ ਸੀ, ਜਿਵੇਂ ਤੁਸੀਂ ਦੱਸਿਆ ਕਿ ਪੁਲਿਸ ਉਹਨਾਂ ਨੂੰ ਚੱਕ ਲੈਂਦੀ ਸੀ, ਜਾਂ ਉਸ ਵੇਲੇ ਜਿਵੇਂ ਦਾ ਦੌਰ ਸੀਗਾ ਵੀ ਕਿਸੇ ਵੀ ਜਿਹੜਾ ਨੌਜਵਾਨ ਸੀ ਉਹਨਾਂ ਨੂੰ ਚੱਕ ਲੈਂਦੇ ਸੀਗੇ, ਕੋਈ ਇਹ ਗੱਲ ਸੀਗੀ? ਆਪਾਂ ਉਹਨੂੰ ਇਹੀ ਕਿਹਾ ਜਾਊਗਾ ਵੀ ਉਸ ਦੌਰੇ ਇਸੇ ਤਰ੍ਹਾਂ ਦਾ ਤਾ ਵੀ ਸਾਰੇ ਜੋ ਨੌਜਵਾਨ ਵਰਗ ਜਿਹੜੇ ਹੈਗੇ ਉਹਦੇ 'ਚ ਆ ਕੇ ਜ਼ਿਆਦਾਤਰ ਉਹਨਾਂ ਨੂੰ ਜਿਹੜਾ ਆਪਣਾ 84 'ਚ ਹੋਇਆ, ਇਸ ਦਾ ਬਹੁਤ ਜ਼ਿਆਦਾ ਇਫੈਕਟ ਪਿਆ ਨੌਜਵਾਨੀ 'ਤੇ, ਬਹੁਤ ਜ਼ਿਆਦਾ ਇਫੈਕਟ ਪਿਆ। ਇਹ ਵੀ ਕਿਹਾ ਜਾਂਦਾ ਵੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਜੀ ਨੇ ਜਿਹੜੀਆਂ ਸਪੀਚਾਂ ਸੁਣਦੇ ਸੀ ਉਹਨਾਂ ਤੋਂ ਵੀ ਬੜੇ ਪ੍ਰਭਾਵਿਤ ਹੁੰਦੇ ਸੀਗੇ, ਕਿਉਂਕਿ ਉਹਨਾਂ ਦੀਆਂ ਸਪੀਚਾਂ ਤੋਂ ਬਹੁਤ ਸਾਰੇ ਜਿਹੜੇ ਲੋਕ ਸੀ ਉਹ ਪ੍ਰਭਾਵਿਤ ਹੁੰਦੇ ਸੀਗੇ, ਕੋਈ ਸੇਧ ਲੈਂਦੇ ਸੀਗੇ ਤੇ ਉਹ ਵੀ ਕਿਹਾ ਜਾਂਦਾ ਵੀ ਬਹੁਤ ਜੁੜੇ ਹੋਏ ਸੀ ਦਿਲੋਂ ਉਹਨਾਂ ਦੇ ਨਾਲ। ਸੋ ਕਿਤੇ ਨਾ ਕਿਤੇ ਉਹ ਵੀ ਇੱਕ ਸਪੀਚਾਂ ਸੁਣ ਕੇ ਜਿਹੜਾ ਅੰਦਰ ਪੰਜਾਬ ਦੇ ਪ੍ਰਤੀ ਪਿਆਰ ਸੀਗਾ, ਸੋ ਤਾਂ ਹੀ ਜਿਹੜਾ ਉਹ ਗੁੱਸਾ ਦੇਖਣ ਨੂੰ ਮਿਲਿਆ। ਦੇਖੋ, ਸਪੀਚਾਂ ਦਾ ਤੁਸੀਂ WhatsApp 'ਤੇ ਅੱਜ ਵੀ ਦੇਖ ਰਹੇ ਹੋ, ਜਰਨੈਲ ਸਿੰਘ ਜੀ ਖਾਲਸਾ ਜੀ ਦੀ ਜਿਹੜੀ ਹੈਗੇ ਕੋਈ ਸਪੀਚ ਇਹ ਨਹੀਂ ਹੈਗਾ, ਹਿੰਦੂ ਵਰਗ ਵਾਸਤੇ ਵੀ ਉਹਨਾਂ ਦਾ ਬਹੁਤ ਵਧੀਆ ਸਪੀਚਾਂ ਤੀਆਂ। ਉਹਨਾਂ ਨੇ ਕਿਹਾ ਵੀ ਕਿਸੇ ਨੇ ਧੱਕਾ ਤੁਸੀਂ ਮੇਰੇ ਕੋਲ ਆ ਜਾਓ। ਦੇਖੋ, ਇਸ ਤਾਂ ਦੇਖੋ ਸਪੀਚਾਂ ਤਾਂ ਸਾਰੇ ਜੋ ਵੀ ਉਸ ਟਾਈਮ ਸਾਰੇ ਸੁਣਦੇ ਤੇ, ਠੀਕ ਹੈ ਨਾ ਜੀ। ਫਿਰ ਉਹਨਾਂ ਹੌਲੀ ਹੌਲੀ ਉਹਨਾਂ ਦਾ ਹੁਣ ਰੁਝਾਨ ਹੋ ਗਿਆ, ਉਹਦੇ ਬਾਰੇ ਆਪਾਂ ਕੀ ਕਹੀਏ। ਚਲੋ ਹੁਣ ਇਹ ਦੱਸੋ ਜੀ ਵੀ ਜਿਵੇਂ ਉਸ ਵੇਲੇ 1990 ਦੇ ਵਿੱਚ ਹੋਇਆ ਵੀ ਉਹਨਾਂ ਨੇ ਚੰਡੀਗੜ੍ਹ 26 ਸੈਕਟਰ ਗਏ ਤੇ ਜਿਹੜੇ ਚੀਫ ਇੰਜੀਨੀਅਰ ਸੀਗੇ ਤੇ SC ਸੀਗੇ, ਸੁਪਰਿੰਟੈਂਡਿੰਗ ਇੰਜੀਨੀਅਰ ਸੀ, ਉਹਨਾਂ ਤੇ ਗੋਲੀਆਂ ਚਲਾਈਆਂ ਉਹਨਾਂ ਨੇ ਤੇ ਉਸ ਤੋਂ ਬਾਅਦ ਉਹਦੇ ਬਦਲੇ ਦੇ ਵਿੱਚ ਜਿਹੜਾ ਪਰਿਵਾਰ ਤੇ ਜਿਹੜਾ ਤਸ਼ੱਦਦ ਦਾ ਜਿਹੜਾ ਢਾਇਆ ਗਿਆ ਸੀਗਾ, ਪੂਰੀ ਫੈਮਿਲੀ ਤੇ ਜਿਹੜਾ ਉਹ ਪਹਿਲਾਂ ਗੋਲੀਆਂ ਮਾਰੀਆਂ ਗਈਆਂ ਦੱਸਿਆ ਜਾਂਦਾ, ਉਸ ਤੋਂ ਬਾਅਦ ਤੇਲ ਪਾ ਕੇ ਸਾੜਿਆ ਗਿਆ। ਉਦੋਂ ਕੌਣ ਮੌਜੂਦ ਸੀ ਜੀ ਘਰ 'ਚ? ਉਸ ਟਾਈਮ ਜਿਹੜੇ ਹੈਗੇ ਮੇਰੀ ਦਾਦੀ ਜੀ ਔਰ ਬਲਵਿੰਦਰ ਦੀ ਮਾਸੀ ਵੀ ਲੱਗਦੀ ਸੀ, ਚਾਚੀ ਵੀ ਲੱਗਦੀ ਸੀ, ਯਾਨੀ ਮੇਰੇ ਤਾਈ ਜੀ ਤੇ ਉਹਨਾਂ ਦੀ ਬੇਟੀ ਔਰ ਬਲਵਿੰਦਰ ਦਾ ਭਾਣਜਾ, ਯਾਨੀ ਜਿਹੜੀ ਸਿਸਟਰ ਵੱਡੀ ਹੈ ਸਾਡੀ, ਬਲਵਿੰਦਰ ਦੀ ਵੱਡੀ ਸਿਸਟਰ ਸੀ, ਉਹਨਾਂ ਦਾ ਬੇਟਾ ਤਾਂ ਉਹ ਯਾਨੀ ਪੋਲੀਓ ਗ੍ਰਸਤ ਆ, ਉਹ ਸਾਡੀ ਚਾਚੀ ਨੂੰ ਆਪਣੇ ਕੋਲ ਰੱਖਦੀ ਸੀ, ਯਾਨੀ ਉਹ ਮੌਜੂਦ ਸੀ ਜੀ। ਅੱਛਾ ਜੀ। ਤੇ ਘਰੇ ਉਸ ਦਿਨ ਕੌਣ ਹੈ ਨਹੀਂ ਸੀਗੇ? ਉਸ ਦਿਨ ਸਾਡੇ ਮੇਰੇ ਦੋਨੋਂ ਤਾਏ ਜੀ ਔਰ ਜਿਹੜਾ ਹੈਗਾ ਆਪਣਾ ਛੋਟੇ ਤਾਏ ਦਾ ਵੱਡਾ ਬੇਟਾ, ਉਹ ਵੀ ਯਾਨੀ ਪੁਲਿਸ ਲੈ ਕੇ ਗਈ ਵੀ, ਤਿੰਨਾਂ ਨੂੰ ਯਾਨੀ ਪੁਲਿਸ ਲੈ ਕੇ ਗਈ ਵੀ ਤੀ। ਇੱਕ ਛੋਟਾ ਹਰਪ੍ਰੀਤ ਦਾ, ਉਹ ਕਿਸੇ ਕਾਰਨ ਪਿੰਡਾਂ ਦੇ ਲੋਕਾਂ ਦੀ ਬਦੌਲਤ ਉਹਨੂੰ ਪਾਸੇ ਕਰ ਦਿੱਤਾ ਗਿਆ। ਉਹ ਨਹੀਂ ਤਾਂ ਅਦਰਵਾਈਜ਼ ਘਰ ਦੇ ਵਿੱਚ 5 ਬੰਦੇ ਹੈਗੇ ਤੇ। ਮਤਲਬ ਬਲਵਿੰਦਰ ਜਟਾਣਾ ਜੀ ਦੇ ਫਾਦਰ ਸਾਹਿਬ ਵੀ ਹੈ ਨਹੀਂ ਸੀ ਉਸ ਦਿਨ? ਨਹੀਂ, ਉਹ ਹੈਗੇ ਤੇ ਜੀ। ਨਹੀਂ ਉਹ ਨਹੀਂ ਤੇ ਠੀਕ ਹੈ ਹਾਂ, ਹੈ ਨਹੀਂ ਤੇ ਬਲਵਿੰਦਰ ਦੇ ਉਹ ਹਾਂਜੀ, ਉਹ ਥਾਣੇ 'ਚ ਗਏ ਵੀ ਤੇ, ਉਹਨੇ ਪੁਲਿਸ ਲੈ ਕੇ ਗਈ ਵੀ ਤੀ, ਉਹਨਾਂ ਨੂੰ ਚਮਕੌਰ ਸਾਹਿਬ ਲੈ ਕੇ ਗਈ ਵੀ ਤੀ ਜੀ। ਔਰ ਜਿਹੜੇ ਸਾਡੇ ਦੂਜੇ ਤਾਇਆ ਜੀ, ਛੋਟੇ ਤਾਇਆ ਜੀ ਔਰ ਉਹਨਾਂ ਦਾ ਬੇਟਾ, ਉਹਨਾਂ ਨੂੰ ਲੁਧਿਆਣੇ ਦੇ ਨੇੜੇ ਕਿਤੇ ਲੈ ਕੇ ਗਏ। ਤੁਸੀਂ ਉਸ ਵੇਲੇ ਕਿੱਥੇ ਸੀ? ਤੁਸੀਂ ਤੁਹਾਡਾ ਮੇਰੀ ਰਿਹਾਇਸ਼ ਜੋ ਕੁਰਾਲੀ ਹੈ ਜੀ, ਮੈਂ ਜਿਹੜੇ ਮੇਰੇ ਡੈਡੀ ਉਹ ਕੁਰਾਲੀ ਰਹਿੰਦੇ ਤੇ ਜੀ, ਅਸੀਂ ਕੁਰਾਲੀ ਰਹਿੰਦੇ ਤੇ ਜੀ। ਤੇ ਫਿਰ ਜਿਵੇਂ ਦੱਸਿਆ ਜਾਂਦਾ ਵੀ ਸਵੇਰੇ 3-4 ਵਜੇ ਦੇ ਕਰੀਬ ਜਿਹੜਾ ਇਹ ਹਾਦਸਾ ਹੋਇਆ ਸੀ, ਤੇ ਤੁਹਾਨੂੰ ਫਿਰ ਕਿਵੇਂ ਪਤਾ ਲੱਗਿਆ? ਤੁਹਾਡੇ ਜਾਂ ਹੋਰ ਜਿੰਨੇ ਵੀ ਤੁਹਾਡੇ ਰਿਸ਼ਤੇਦਾਰ ਨੇ ਉਹਨਾਂ ਨੂੰ ਕਿਵੇਂ ਪਤਾ ਲੱਗਿਆ? ਇਹ ਤਾਂ ਸਾਨੂੰ ਸਵੇਰੇ ਟਾਈਮ ਯਾਨੀ ਡੈਡੀ ਨੂੰ ਫੋਨ ਆਇਆ, ਸਾਨੂੰ ਤਾਂ ਦੇਖੋ ਉਸ ਟਾਈਮ ਮੋਬਾਈਲ ਦੀ ਤਾਂ ਕੋਈ ਹੁੰਦਾ ਨਹੀਂ ਹੈਗਾ, ਲੇਕਿਨ ਟੈਲੀਫੋਨ ਹੁੰਦੇ, ਟੈਲੀਫੋਨ ਦੇ ਥਰੂ ਜਿਹੜੇ ਕੰਟੈਕਟ ਫਾਦਰ ਸਾਹਿਬ ਨੂੰ ਫੋਨ ਗਿਆ, ਫਿਰ ਇਸ ਗੱਲ ਦਾ ਪਤਾ ਲੱਗਿਆ ਜੀ। ਹਾਂ ਜੀ, ਸੋ ਹੋਰ ਵੀ ਗੱਲਬਾਤ ਕਰ ਲੈਂਦੇ ਆ ਉਹਨਾਂ ਦੇ ਪਿੰਡ ਤੋਂ ਹੀ। ਬਾਬਾ ਜੀ ਕੀ ਨਾਮ ਹੈ? ਬਲਵੀਰ ਸਿੰਘ ਨਾਮ ਆ ਜੀ, ਪਿੰਡ ਜਟਾਣਾ ਜੀ। ਬਲਵੀਰ ਸਿੰਘ ਜੀ, ਤੁਸੀਂ ਮੇਰੇ ਖਿਆਲ ਉਸ ਦਿਨ ਪਿੰਡ 'ਚ ਹੀ ਸੀਗੇ ਤੇ ਤੁਸੀਂ ਸਭ ਤੋਂ ਪਹਿਲਾਂ ਮੇਰੇ ਖਿਆਲ ਆ ਗਏ ਸੀ ਜਗ੍ਹਾ ਦੇ ਉੱਤੇ ਜਦੋਂ ਪਤਾ ਲੱਗਿਆ ਵੀ ਏਡੀ ਵੱਡੀ ਘਟਨਾ ਹੋਈ ਹੈ। ਦੱਸੋ ਉਸ ਦਿਨ ਕਿਵੇਂ ਦਾ ਵੇਲਾ ਕੀ ਸੀਗਾ ਤੇ ਜੋ ਤੁਸੀਂ ਕੁਝ ਦੇਖਿਆ ਉਹਨੂੰ ਯਾਦ ਕਰਕੇ ਉਹ ਦੱਸੋ ਜੀ। ਦੇਖੋ, ਯਾਦ ਤਾਂ ਆਉਂਦੇ ਹੀ ਆ। ਆਉਂ ਤਾਂ ਇਹ ਆ ਵੀ ਸਵੇਰ ਅਸੀਂ
ਪਹਿਲਾਂ ਤਾਂ ਰਾਤ ਨੂੰ ਮੈਂ ਆ ਕੇ ਗਿਆ ਬਕਾਇਦਾ। ਹਾਂ ਜੀ, ਚਾਚੀ ਅਸੀਂ ਚਾਚੀ ਕਹਿੰਦੇ ਸੀਗੇ ਕਿ ਮੇਰਾ ਇਹ ਵੀ ਦੱਸ ਦਿਓ ਜੀ ਉਦੋਂ ਕੀ ਤਰੀਕ ਸੀਗੀ, ਦਿਨ ਕੀ ਸੀਗਾ ਉਸ ਦਿਨ ਦਾ ਹੁਣ ਮੈਂ ਕਹਿ ਨਹੀਂ ਸਕਦਾ, ਤਰੀਕ ਤਾਂ 30 ਸੀ, 29 ਅਗਸਤ ਦੀ। 29 ਅਗਸਤ ਨੂੰ ਮੈਂ ਆ ਕੇ ਗਿਆ। ਮੈਂ ਚਾਚੀ ਨੂੰ ਕਿਹਾ, ਮੈਂ ਚਾਚੀ ਵੀ ਐਦਾਂ ਦਾ ਕਰਕੇ ਵੀ ਉਹਦੇ ਫੁੱਲਾ ਸਿੰਘ ਆਉਣਾ, ਜਿਹਦੇ ਪਰ ਸਮੇਤ ਸੈਣੀ ਪਰ ਹਮਲਾ ਹੋ ਗਿਆ, ਵੀ ਰਾਤ ਨੂੰ ਪੁਲਿਸ ਆਉਣੀ ਆ, ਵੀ ਪੁਲਿਸ ਆਉਣ ਕਰਕੇ ਵੀ ਮੈਂ ਕੁੜੀ ਯਾਰ ਮੁੰਡੇ ਨੂੰ ਦੋਹਾਂ ਨੂੰ ਲੈ ਜਾਂਦਾ, ਹਰਪ੍ਰੀਤ ਨੂੰ। ਉਹ ਕਹਿੰਦੀ ਲੈ, ਉਹ ਹੱਸਣ ਲੱਗ ਗਈ ਸਮਾਂ, ਕਹਿੰਦੀ ਲੈ ਜੇ ਲਿਜਾਉਂਗੇ ਤਾਂ ਮੈਨੂੰ ਹੀ ਲਿਜਾਉਂਗੇ, ਤੇਰੇ ਚਾਚੇ ਨਾਲ ਕੋਲ ਤਾਂ ਕਿਆ ਹੋ ਗਿਆ, ਕੋਈ ਗੱਲ ਨਹੀਂ ਤੂੰ ਲੈ ਜਾਣ ਦੇ, ਕੁਛ ਨਹੀਂ ਕਹਿੰਦੇ ਤੇਰੇ ਕੰਨੀ ਕਿਹੜਾ ਕਿ ਬਹੁਤ, ਕਿ ਮੇਰੇ ਵੀ ਪੁਲਿਸ ਆਉਂਦੀ ਸੀ, ਕਿ ਮੇਰਾ ਵੀ ਛੋਟਾ ਭਰਾ ਸ਼ਹੀਦ ਹੋਇਆ, ਉਹ 84 ਦੇ ਲੈ ਕੇ 86 ਤੱਕ 88 ਚ ਸ਼ਹੀਦ ਹੋਇਆ ਉਹ ਵੀ। ਉਹਦੇ ਕਰਕੇ ਮੇਰਾ ਸੰਬੰਧ ਬਹੁਤ ਜ਼ਿਆਦਾ ਰਿਹਾ ਇਹਨਾਂ ਨਾਲ। ਅਸੀਂ ਆ ਕੇ ਫਿਰ ਜਦ ਮੈਂ ਚਲੇ ਗਿਆ, ਫਿਰ ਜਾਣ ਤੋਂ ਬਾਅਦ ਫਿਰ ਦੂਆ ਦਿਨ ਸਵੇਰ ਸਾਜਰੇ ਜਾ ਕੇ ਮੈਨੂੰ ਗ੍ਰੰਥੀ ਨੇ ਦੱਸਿਆ ਵੀ ਬਲਵੀਰ ਸਿੰਘ ਵੀ ਸਾਡਾ ਘਰ ਦਾ ਬਹੁਤ ਫਰਕ ਆ। ਅਸੀਂ ਫਾਇਰਿੰਗ ਵੀ ਨਹੀਂ ਸੁਣੀ, ਵੀ ਲਾਗ ਦੇ ਬੰਦਿਆਂ ਨੇ ਸੁਣੀ ਆ, ਜੇ ਕਿਸੇ ਨੇ ਸੁਣੀ ਆ ਉਹ ਵੀ ਝੜਕ ਕੇ ਉਹਨਾਂ ਬੰਦਿਆਂ ਨੇ ਬਾਹਰ ਨਠਾਤੇ, ਅੰਦਰੇ ਚਲੋ। ਫਿਰ ਮੈਂ ਆਇਆ ਗ੍ਰੰਥੀ ਦੇ ਨਾਲ, ਅਸੀਂ ਤਕਰੀਬਨ ਆਉਂਦੇ ਅਸੀਂ 8-10 ਬੰਦੇ ਹੋ ਗਏ। ਬੰਦੇ ਹੋ ਗਏ, ਆ ਕੇ ਦੇਖਿਆ ਮਾਸੀ ਪਈ ਸੀ, ਦਰਵਾਜ਼ੇ ਦੇ ਮੂਹਰੇ ਪਈ ਸੀਗੀ, ਗੁੱਡੀਆ ਪਈ ਸੀ। ਅੱਗ ਲੱਗੀ ਹੋਈ ਸੀ ਘਰ ਨੂੰ? ਮਾਸੀ ਨੂੰ ਨਹੀਂ ਹੈਗੀ, ਘਰ ਚ ਅੱਗ ਲੱਗੀ ਹੋਈ ਤੇ ਧੂਆਂ ਤਾਂ ਹੋਇਆ, ਤਾਂ ਪੂਰਾ ਧੂਆਂ ਹੋਇਆ ਤਾਂ। ਤੇ ਚਾਚੀ ਆਪਣਾ ਇੱਕ ਦਾਦੀ ਇੱਕ ਭਾਣਜਾ, ਇਹ ਦੋਹੇ ਬੈੱਡ ਦੇ ਉੱਪਰ ਸੜ ਰਹੇ ਸੀਗੇ। ਅਸੀਂ ਖੁਦ ਪਾਸੇ ਕਰਿਆ, ਅਸੀਂ ਸਭ ਕੁਝ ਕਰਿਆ। ਫਿਰ ਅਸੀਂ ਉਹ ਪੁਲਿਸ ਨੂੰ ਕਰਿਆ ਟੈਲੀਫੋਨ ਅਸੀਂ ਤਾਂ ਸੁਨੇਹਾ ਦਿੱਤਾ ਉਹਨਾਂ ਨੂੰ, ਪੁਲਿਸ ਵਾਲਿਆਂ ਨੂੰ। ਫਿਰ ਪ੍ਰੀਤਮ ਸਿੰਘ ਬਕਾਇਦਾ ਆਇਆ। ਪ੍ਰੀਤਮ ਸਿੰਘ ਵਧੀਆ ਬੰਦਾ ਸੀਗਾ, ਆ ਕੇ ਵਿਚਾਰਾ ਦੇਖ ਕੇ ਇੱਕ ਵਾਰ ਤਾਂ ਅੱਖਾਂ 'ਚ ਅੰਜੂ ਆਇਆ ਮੇਰੇ, ਐਨ ਬਿਲਕੁਲ। ਉਹ ਕਹਿੰਦਾ ਬਲਵੀਰ ਸਿੰਘ ਬਹੁਤ ਮਾੜਾ ਹੋਇਆ, ਵੀ ਇਹ ਤਾਂ ਯਾਰ ਸਾਲਾ ਬਹੁਤ ਗਲਤ ਕੰਮ ਹੋ ਗਿਆ। ਬਸ ਫਿਰ ਕਹਿੰਦਾ ਵੀ ਤੂੰ ਐਂ ਕਰ ਵੀ ਹੁਣ ਟਰਾਲੀ ਮੰਗਾ ਲਾ, ਟਰਾਲੀ ਮੰਗਾ ਕੇ ਇਹਨੂੰ ਲਾਸ਼ਾਂ ਲੈ ਕੇ ਚਲੋ ਉੱਥੇ ਪੋਸਟਮਾਰਟਮ ਕਰਾਉਂਦੇ ਆ, ਫਿਰ ਗਾਹਾਂ ਦਾ ਘਰ ਬਾਈ ਦੇਖਦੇ ਆ। ਬਸ ਅਸੀਂ ਲੈ ਕੇ ਗਏ, ਫਿਰ ਸ਼ਾਮ ਨੂੰ ਲੈ ਕੇ ਆਏ, ਆ ਕੇ ਅਸੀਂ ਸ਼ਾਮ ਨੂੰ ਦਾਗ ਦਿੱਤੇ ਫਿਰ। ਬਸ ਤੇ ਪਿੰਡ 'ਚ ਉਸ ਦਿਨ ਕਿਵੇਂ ਦਾ ਮਾਹੌਲ ਸੀ? ਫਿਰ ਵੇਖੀ ਬਾਕੀ ਹੋਰ ਘਰਾਂ ਦੇ ਵੀ ਆ ਗਏ ਹੋਣਗੇ। ਆਖੋ ਪਿੰਡ 'ਚ ਮਾਹੌਲ ਗਿਆ ਹੌਲੀ ਤਾਂ ਇੱਕਦਮ ਇੱਥੇ ਉਹ ਹੋ ਗਿਆ ਜੀ, ਪਿੰਡ ਬੱਚਾ ਘੁੰਮਦਾ ਦਾ, ਛੋਟੇ ਲੈ ਕੇ ਬਜ਼ੁਰਗ ਤੱਕ ਹਰ ਇੱਕ ਬੰਦਾ ਦੇਖਣ ਆਉਂਦਾ। ਇੱਥੇ ਪਿੰਡ ਦੇ ਕਿਹਾ ਲਾਗ ਪਾਸ ਦੇ ਗੁਆਂਢੀ ਜਿਹੜੇ ਲਾਗ ਦੇ ਇਲਾਕੇ ਦੇ ਬੰਦੇ ਆ, ਉਹ ਵੀ ਬਹੁਤ ਜ਼ਿਆਦਾ ਆਏ ਆ। ਜਿਵੇਂ ਤੁਸੀਂ ਦੱਸਿਆ ਵੀ ਕਿਉਂਕਿ 3-4 ਵਜੇ ਦਾ ਸਮਾਂ ਸੀ, ਹਨੇਰਾ ਹੋਇਆ ਹੋਇਆ ਸੀਗਾ, ਤੇ ਜਿੰਨਿਆਂ ਕੁ ਨੇ ਵੀ ਸ਼ਾਇਦ ਉਹਨਾਂ ਨੂੰ ਆਉਂਦੇ ਜਾਂਦੇ ਵੇਖਿਆ ਹੋਣਾ ਵੀ ਉਹਨਾਂ ਨੇ ਝਟਕਾ ਕੇ ਅੰਦਰ ਹੀ ਭੇਜਤਾ ਸੀਗਾ। ਪਰ ਫਿਰ ਵੀ ਬਾਅਦ 'ਚ ਸ਼ਾਇਦ ਉਹ ਗਵਾਂਢੀ ਜਿਹੜੇ ਸੀਗੇ ਉਹਨਾਂ ਨੇ ਦੱਸਿਆ ਹੋਣਾ ਸੀ ਕਿੰਨੇ ਕੁ ਜਾਣੇ ਕੌਣ ਆਏ ਸੀਗੇ, ਕਿਉਂਕਿ ਪੂਲਾ ਨਿਹੰਗ ਦੀ ਗੱਲ ਹੀ ਹੁੰਦੀ ਹੈ ਵੀ ਉਹ ਆਪ ਵੀ ਆਏ ਸੀਗੇ। ਇਹਦੇ ਬਾਰੇ ਕੋਈ ਬਾਅਦ 'ਚ ਕੋਈ ਗੱਲਬਾਤ ਆਈ ਜੀ ਸਾਹਮਣੇ? ਦੇਖੋ ਇਹਦੇ ਬਾਰੇ ਕਿਸੇ ਨੇ ਸਾਨੂੰ ਕੋਈ ਨਹੀਂ, ਚਿੱਟੇ ਕੱਪੜੇ ਜੇ ਪਤਾ ਦੱਸਿਆ ਸਾਨੂੰ, ਵੀ ਗ੍ਰੰਥੀ ਨੇ ਦੱਸਿਆ ਕਿ ਗ੍ਰੰਥੀ ਦਾ ਬਾਹਰਲੇ ਪਾਸੇ ਘਰ ਸੀਗਾ, ਉਹਨੇ ਦੱਸਿਆ ਵੀ ਐਦਾਂ ਕਰਕੇ ਚਿੱਟੇ ਕੱਪੜੇ, 2 ਗੱਡੀਆਂ ਪਿੱਛੇ ਉਹਦੇ ਘਰ ਤੇ ਖਾਸੀ ਪਿੱਛੇ ਖੜੀਆਂ ਕਰਕੇ ਆਏ ਆ, ਗੱਡੀਆਂ ਅੱਗੇ ਨਹੀਂ ਲੈ ਕੇ ਆਏ। ਅੱਛਾ ਜੀ। ਹਾਂ ਗੱਡੀਆਂ ਪਿੱਛੇ, ਹਾਂ ਤੁਰ ਕੇ ਆਏ ਆ। ਉੱਥੇ ਆ ਕੇ ਫਿਰ ਗ੍ਰੰਥੀ ਨੇ ਉਹ ਕਿੱਦਾਂ ਉਹਨੂੰ ਸ਼ੱਕ ਪਈ ਆ, ਕਿਆ ਉਹੀ ਦੇਖ ਕੇ ਗਿਆ ਪਹਿਲਾਂ ਇੱਧਰ, ਤਾਂ ਹੀ ਮੈਨੂੰ ਜਾ ਕੇ ਦੱਸਿਆ। ਹੌਲੀ ਫਿਰ ਮੇਰੇ ਦੱਸਣ ਦਾ ਇੱਥੇ ਤਾਂ ਬਹੁਤ ਜ਼ਿਆਦਾ ਵੱਧ ਗਏ, ਤੇ ਹੌਲੀ ਵੱਧਦੇ ਜਾਈਏ ਵੱਧਦੇ, ਕਿਆ ਹੁੰਦਾ ਜੀ, ਹਰੇਕ ਇਸ ਟਾਈਮ ਰੋ ਰਹੇ ਤੇ ਹਰ ਇੱਕ ਬੰਦਾ, ਬਹੁਤ ਬੁਰੀ ਹਾਲਤ ਦੀ ਚੱਲਦੀ। ਅੱਛਾ, ਬਲਵਿੰਦਰ ਜਟਾਣਾ ਕਿਉਂਕਿ ਉਹ ਆਪ ਬਾਹਰ ਹੀ ਸੀਗੇ ਉਸ ਵੇਲਿਆਂ ਦੇ ਵਿੱਚ, ਤੇ ਉਹਨਾਂ ਨੂੰ ਕੋਈ ਗੱਲ ਤਾਂ ਉਹਨਾਂ ਤੱਕ ਵੀ ਪਹੁੰਚ ਗਈ ਹੋਣੀ ਹੈ, ਉਹਨਾਂ ਨੇ ਉਹ ਆਪ ਪਿੰਡ ਆਏ ਜਾਂ ਉਹਨਾਂ ਨੇ ਕਿਸੇ ਨੂੰ ਕੋਈ ਫੋਨ ਤੇ ਜਾਂ ਕਿਸੇ ਤਰੀਕੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਏਡਾ ਵੱਡਾ ਹਾਦਸਾ ਹੋਇਆ ਸੀ? ਉਹ ਗੱਲ ਇੱਦਾਂ ਵੀ ਸਾਨੂੰ ਇਹ ਤਾਂ ਨਹੀਂ ਪਤਾ ਵੀ ਕਿਸੇ ਕੋਲ ਆਇਆ ਜਾਂ ਉਹਨੂੰ ਸੁਨੇਹਾ ਗਿਆ, ਸਾਨੂੰ 2-3 ਦਿਨ ਬਾਅਦ ਪਤਾ ਲੱਗਿਆ ਵੀ 2 ਦਿਨ ਬਾਅਦ ਵੀ ਇਹਦਾ ਕੰਮ ਹੋਣੇ ਸੀਗਾ। ਕੋਈ ਗੱਲ ਨਹੀਂ, ਤਾਂ ਬਸ ਚੜ੍ਹਦੀ ਕਲਾ ਰੱਖੋ, ਜਿਹੜੇ ਰਹਿ ਗਏ ਚੜ੍ਹਦੀ ਕਲਾ ਰੱਖੋ, ਬਸ ਉਹਨਾਂ ਵੱਲੋਂ ਇਹ ਸੰਦੇਸ਼ ਹੈ। ਉਹਨਾਂ ਵੱਲੋਂ ਸੀਗਾ। ਚੌਥਾ ਦਿਨ ਤਾਂ ਉਹ ਵੀ ਚੜ੍ਹਾਈ ਕਰਕੇ, ਚੌਥਾ ਦਿਨ ਕਰ ਗਏ ਸਰਹੰਦ ਦੇ ਕੋਲ ਜਿਹੜਾ ਐਨਕਾਊਂਟਰ ਕੀਤਾ ਜੀ। ਹਾਂ ਉਹ ਉੱਥੇ ਕਰ ਗਏ ਸੀ। ਪਰ ਤੁਹਾਨੂੰ ਲੱਗਦਾ ਵੀ ਜਿਹੜਾ ਚੰਡੀਗੜ੍ਹ ਦੇ ਵਿੱਚ ਸੁਮੇਧ ਸੈਣੀ ਤੇ ਇੱਕ ਹਮਲਾ ਕਰਨ ਦੀ ਕੋਸ਼ਿਸ਼ ਸੀਗੀ, ਇੱਕ ਬਲਾਸਟ ਹੋਇਆ ਸੀ ਜਿਸ 'ਚ ਉਹਨਾਂ ਦੇ ਨਾਲ ਦੇ ASI ਦੀ ਵੀ ਮੌਤ ਜਿਹੜੀ ਹੋ ਗਈ ਸੀ, ਸੁਮੇਧ ਸੈਣੀ ਨੂੰ ਹਾਲਾਂਕਿ ਉਦੋਂ ਕੁਝ ਨਹੀਂ ਹੋਇਆ ਸੀਗਾ, ਸੋ ਲੱਗਦਾ ਵੀ ਉਸੇ ਦਾ ਬਦਲਾ ਲਿਆ ਗਿਆ, ਉਸੇ ਕਰਕੇ ਉਹ ਇਹ ਤਾਂ ਗੱਲ ਕਲੀਅਰ ਆ ਜੀ, ਇਹਦਾ ਸੈਣੀ ਸਾਹਿਬ ਨੇ ਬਦਲਾ ਲਿੱਤਾ, ਇਹ ਤਾਂ ਕਲੀਅਰ ਗੱਲ। ਇਹ ਪੂਲਾ ਨਿਹੰਗ ਦੇ ਹੱਥੋਂ ਜਿਹੜਾ ਕਰਵਾਇਆ, ਉਹਨਾਂ ਨੂੰ ਭੇਜ ਕੇ, ਹਾਂ ਹੱਥੋਂ ਕਰਵਾਇਆ,
ਬਾਕੀ ਹੁਣ ਤੁਸੀਂ ਤਾਂ ਵੀਡੀਓ ਚੱਲਦਾ, ਵੀਡੀਓ ਤਾਂ ਸਾਡੇ ਨਾਲ ਵੀ ਜ਼ਿਆਦਾ ਅੱਗੇ ਗਿਆ ਹੋਇਆ ਹੁਣ। ਤੁਸੀਂ ਦੱਸੋ ਜੀ ਕੀ ਨਾਮ ਹੈ ਤੇ ਤੁਸੀਂ ਕਦੋਂ ਤੋਂ ਇੱਥੇ ਹੀ ਰਹਿ ਰਹੇ ਹੋ ਪਿੰਡ 'ਚ? ਮੇਰਾ ਨਾਮ ਹਰਿੰਦਰ ਸਿੰਘ ਆ ਜੀ। ਇਸ ਟਾਈਮ ਮੈਂ ਬਲਾਕ ਪ੍ਰਧਾਨ ਆ ਭਾਰਤੀ ਕਿਸਾਨ ਲੱਖੋਵਾਲ ਦਾ, ਚਮਕੌਰ ਸਾਹਿਬ ਤੋਂ। ਕਿਉਂਕਿ ਅਸੀਂ ਤਾਂ ਸਾਡਾ ਬਚਪਨ ਜਨਮ ਇੱਥੋਂ ਹੀ ਤੇ ਹੀ ਆ। ਜਿਹੜਾ ਛੋਟਾ ਬ੍ਰਦਰ ਤਾਂ ਬਲਵਿੰਦਰ, ਚਾਚੇ ਦਾ ਲੜਕਾ ਹਰਪ੍ਰੀਤ, ਅਸੀਂ ਸ਼ੁਰੂ ਤੋਂ ਹੀ ਇਕੱਠੇ ਪੜ੍ਹੇ ਆ, ਪੜ੍ਹਦੇ ਰਹੇ ਆ। 10ਵੀਂ 12ਵੀਂ ਤੱਕ ਅਸੀਂ ਇਕੱਠੇ ਪੜ੍ਹੇ ਆ। ਉਸ ਟਾਈਮ ਅਸੀਂ 9ਵੀਂ ਕਲਾਸ 'ਚ ਇਕੱਠੇ ਪੜ੍ਹਦੇ ਸੀਗੇ, ਇਕੱਠੇ ਹੀ ਬਹਿੰਦੇ ਸੀਗੇ, ਇਕੱਠੇ ਹੀ ਖੇਲਣਾ। ਉਹ ਸਾਡੇ ਘਰ, ਅਸੀਂ ਇੱਧਰ, ਕਿਉਂਕਿ ਸਾਡੇ ਖੇਤ ਵੀ ਡੌਲ ਨਾਲ ਡੌਲਾ ਬੰਨਾ ਵੀ ਆ ਜੀ, ਇਕੱਠੇ ਹੀ ਰਹਿੰਦੇ ਸੀਗੇ। ਉਸ ਟਾਈਮ ਅਸੀਂ ਜਿੱਦਣ ਅਸੀਂ ਕੋਈ ਪ੍ਰੋਗਰਾਮ ਸੀਗਾ ਸ਼ਾਇਦ ਗੁਰਦੁਆਰੇ ਮੂਹਰੇ, ਜਿੱਦਣ ਇਹ ਅਟੈਕ ਹੋਇਆ ਸਮੇਧ ਸੈਣੀ ਪਰ, ਉੱਥੇ ਅਸੀਂ ਗੱਲਾਂ ਵੀ ਸਭ ਕਰਦੇ ਰਹੇ, ਸਮੇਧ ਸੈਣੀ ਤੇ ਅਟੈਕ ਹੋ ਗਿਆ ਵੀ ਅੱਜ ਸ਼ਾਇਦ ਇਹਨਾਂ ਨੂੰ ਕੋਈ ਟੱਬਰ ਨੂੰ ਕਦੇ ਫੇਰ ਨਾ ਕੋਈ ਚੱਕ ਲੈ ਜਾਵੇ। ਇਹ ਤਾਂ ਪਤਾ ਹੀ ਨਹੀਂ ਹੁੰਦਾ ਵੀ ਇਹਨਾਂ ਪਰ ਹਮਲਾ ਹੋ ਜਾਊਗਾ, ਇਹ ਤਾਂ ਇਸ ਤਰ੍ਹਾਂ ਦਾ ਵੀ ਲੈ ਨਾ ਜਾਵੇ। ਉਸ ਤੋਂ ਬਾਅਦ ਸਗੋਂ ਉੱਥੇ ਬੰਦੇ ਇਕੱਠੇ ਹੋਏ ਵੀ ਸੀਗੇ, ਇੱਥੇ ਬਾਰਿਸ਼ ਪੈ ਰਹੀ ਸੀਗੇ, ਆਹ ਬਾੜਾ ਇਹਨਾਂ ਦਾ, ਉਰੇ ਡੰਗਰਾ, ਉਰੇ ਇਹਨਾਂ ਤੂੜੀ ਭੇਜਦੀ ਸੀਗੀ, ਕਿਉਂਕਿ ਇਹਨਾਂ ਦਾ ਬ੍ਰਦਰ ਬਲਵਿੰਦਰ ਦਾ ਔਰ ਚਾਚਾ ਤਾਇਆ ਡੈਡੀ ਯਾਰ ਉਹ ਤਾਂ ਪਹਿਲੇ ਅੰਦਰ ਸੀਗੇ, ਤੇ ਬਾਕੀ ਇਹ ਛੋਟਾ। ਉਸ ਟਾਈਮ ਮੇਰੀ ਵੀ ਉਮਰ 15 ਕੁ ਸਾਲ ਦੀ ਸੀ, ਇਹ ਵੀ 15 ਕੁ ਸਾਲ ਦਾ ਜੀ। ਇਹਨੂੰ ਨਾਬਾਲਗ ਕਰਕੇ ਛੱਡ ਗਏ ਉਸ ਟਾਈਮ ਅਸੀਂ ਸਾਰੇ ਪਿੰਡ, ਅਸੀਂ ਵੀ ਚਲੋ ਬੱਚੇ ਖੇਡਦੇ ਇਹਦੇ ਨਾਲ ਆ ਗਏ। ਇਹ ਕੁੱਪ ਢਕਾਉਂਦੇ ਸੀਗੇ ਦਿਨ 'ਚ, ਕੁੱਪ ਢਕਾਉਂਦੇ ਫਿਰ ਬੰਦੇ ਕਹਿਣ ਲੱਗੇ ਸਾਡੇ ਸਿਆਣੇ ਤੋਂ, ਉਹ ਕਹਿੰਦੇ ਯਾਰ ਕਿਆ ਪਤਾ ਹੁੰਦਾ ਵੀ ਅਟੈਕ ਦਾ ਹੋਇਆ ਵਾ, ਕਦੇ ਨਾ ਵੀ ਕਿਤੇ ਤੈਨੂੰ ਵੀ ਨਾ ਲੈ ਜਾਵੇ, ਤੁਹਾਡੇ ਮੈਸਾਂ ਨੂੰ ਕੱਖ ਪਾਉਣ ਵਾਲਾ ਕੋਈ ਨਹੀਂ ਬਚਣਾ, ਵੀ ਤੂੰ ਸਾਡੇ ਕਿ ਨਹੀਂ ਪੈ ਜਾ। ਦਿਨ ਵਿੱਚ ਜੋ ਪਤਾ ਲੱਗਦਾ ਵੀ ਦਿਨ ਵਿੱਚ ਪਹਿਲਾਂ ਪੁਲਿਸ ਮੁਲਾਜ਼ਮ ਆਏ ਸੀਗੇ, ਨੋਟ ਕਰਕੇ ਗਏ ਬਈ ਕਿੰਨੇ ਬੰਦੇ ਮੈਂਬਰ, 5 ਮੈਂਬਰ ਸੀਗੇ ਘਰ 'ਚ, ਤੇ ਉਹ ਕੁਦਰਤੀ ਚਲੋ ਵਧੀ ਵੀ ਚਲੋ ਉਹ ਕਿਸੇ ਦੇ ਘਰ ਪੈ ਗਿਆ ਪਿੰਡ 'ਚ, ਉਹ ਬਚਾਅ ਹੋ ਗਿਆ। ਅਗਲੇ ਦਿਨ ਜਦ ਇਹ ਪੋਸਟਮਾਰਟਮ ਦਾ ਰੌਲਾ ਪਿਆ ਵਾ ਸੀਗਾ, ਲਾਸ਼ਾਂ ਗਈਆਂ ਵੀ ਸੀ ਪਿੰਡ 'ਚ, ਪੁਲਿਸੇ ਪੁਲਿਸ ਛਾਉਣੀ ਬਦਲ ਗਿਆ ਉਰੇ ਤਾਂ। ਮੈਂ ਕਹਿੰਦਾ ਇਕੱਠ ਕਿੰਨੇ ਹਜ਼ਾਰਾਂ ਵਿੱਚ ਇਕੱਠ ਸੀਗਾ ਪਿੰਡ ਵਿੱਚ ਉਸ ਟਾਈਮ ਵੀ। ਉਸ ਟਾਈਮ ਪੁਲਿਸ ਵਾਲੇ ਪੁੱਛਦੇ ਸੀਗੇ ਯਾਰ ਨਾਲ ਕਿੰਨੇ ਬੰਦੇ ਬਣੇ ਆ, ਅਸੀਂ ਕਹਿੰਦੇ ਵੀ 4, ਉਹ ਕਹਿੰਦੇ ਨਾਲੇ ਕਹਿੰਦੇ 5 ਆ। ਉਹ ਬਹੁਤ ਬੰਦੇ 5 ਦੱਸੀ ਗਏ, ਕਿਉਂਕਿ 5 ਦੀ ਕਹਿੰਦੇ ਗਿਣਤੀ ਹੋਈ ਵੀ ਸੀ, ਬਾਅਦ 'ਚ ਪਤਾ ਲੱਗਿਆ। ਉਹਨਾਂ ਨੂੰ ਤਾਂ ਇਹ ਸੀ ਵੀ ਅਸੀਂ ਸਾਰਾ ਪਰਿਵਾਰ ਖਤਮ ਕਰਤਾ ਜਿੰਨੇ ਸੀਗੇ ਜੀ। ਹਾਂਜੀ ਹਾਂ, ਉਹ ਤਾਂ ਹੋਈ ਸੀਗੇ, ਪਰ ਉਸ ਟਾਈਮ ਦਾ ਕਿਸੇ ਨੇ ਨਹੀਂ ਦੱਸਿਆ ਵੀ ਅਸੀਂ ਕੋਈ ਦੇਖਿਆ ਨਹੀਂ। ਫਿਰ ਬਾਅਦ 'ਚ ਨਾ ਪੜੋਸ 'ਚ ਹੁਣ ਤਾਂ ਵਿਚਾਰੀ ਹੈ ਨਹੀਂ, ਇਹ ਬਜ਼ੁਰਗ ਸੀਗੀ ਨਾਲੇ, ਇਹਨਾਂ ਦੇ ਵਿੱਚੋਂ ਹੀ ਪੈ ਜਾਂਦੀ ਆ। ਉਹ ਕਹਿੰਦੀ ਜਦ ਦਗੜ ਦਗੜ ਪੈਰਾਂ ਦਾ ਆਵਾਜ਼ ਆ ਰਹੀ ਸੀਗੀ, ਉਹਨੇ ਸੋਚਿਆ ਵੀ ਉਹਨਾਂ ਦਾ ਬਾੜਾ ਸੀਗਾ ਉਹਨਾਂ ਦਾ। ਉਹ ਕਹਿੰਦੀ ਸਾਡੀ ਮੱਝ ਖੁੱਲ ਗਈ, ਉਹ ਦੇਖਣ ਵਾਸਤੇ ਆ ਗਈ ਵੀ ਚੱਲ ਖੜਕਾ ਹੋ ਰਿਹਾ। ਉਹ ਜਦ ਬਾਹਰ ਆਈ ਉਸ ਟਾਈਮ ਕਹਿੰਦੀ ਚਿੱਟੇ ਕੱਪੜਿਆਂ 'ਚ ਬਾਣੇ ਤੇ, ਉਹ ਕਹਿੰਦੀ ਜੇ ਮੈਨੂੰ ਕਹਿੰਦੇ ਵੀ ਤੇਰੇ ਗੋਲੀ ਮਾਰ ਦੇਣੀ ਬੇਬੇ ਅੰਦਰ ਵੜ ਜਾ। ਉਹ ਅੰਦਰ ਚਲੇ। ਉਹਨੇ ਵੀ ਇਹ ਗੱਲ ਸਾਨੂੰ ਸਾਰੇ ਪਿੰਡ ਵਾਲਿਆਂ ਨੂੰ ਇੰਨੀ ਡਰੀ ਵੀ ਨੇ 5-7 ਦਿਨ ਬਾਅਦ ਦੱਸੀ ਹੈ ਵੀ ਮੈਂ ਦੇਖੇ ਉਸ ਟਾਈਮ ਜਿਹੜੇ ਆਏ ਆ, ਉਹ ਇਹਨੇ ਡਰੇ ਇੰਨੀ ਗਈ ਸੀਗੀ ਉਸ ਟਾਈਮ ਉਹ। ਕਿਉਂਕਿ ਜਿਸ ਟਾਈਮ ਅਸੀਂ ਆਏ ਸਾਜਰੀ, ਅਸੀਂ ਬੱਚੇ ਸੀ, ਸਾਨੂੰ ਘਰ ਪਤਾ ਲੱਗਿਆ ਕਹਿੰਦੇ ਪਰਿਵਾਰ ਮਾਰਤਾ। ਜਦ ਅਸੀਂ ਆ ਕੇ ਦੇਖਿਆ ਜਿਹੜੇ ਕੱਪੜੇ ਉਹਨਾਂ ਨੇ ਆਪਣੇ ਆਜ ਤਾਂ ਮੋਟਰਸਾਈਕਲ ਸਕੂਟਰ ਖੜਾ ਪੈਟਰੋਲ ਵਾਲਾ, ਵੀ ਇਹ ਘਰ ਐਂ ਲੱਗ ਜਾਊਗਾ ਵੀ ਨਿਸ਼ਾਨ ਮਿਟ ਜਾਊਗਾ ਵੀ ਗੋਲੀਆਂ ਦੇ ਵੀ ਇਹ ਜਲੇ ਜਾਊਗੇ। ਪਰ ਉਸ ਟਾਈਮ ਛੱਤ ਇੱਕ ਦੀ ਬਾਲੇ ਇੱਟਾਂ ਦੀ, ਉਹਨਾਂ ਨੇ ਕੱਪੜੇ ਸਿੱਟ ਕੇ ਅੱਗ ਲਾਤੀ ਸੀਗੀ। ਜਿਹੜੀ ਬਲਵਿੰਦਰ ਦੀ ਮਾਸੀ ਆ, ਉਹ ਦਰਵਾਜ਼ੇ 'ਚ ਨਾ ਇਸ ਤਰ੍ਹਾਂ ਪਈ ਸੀਗੀ, ਬਾਹਾਂ ਆਲੇ ਦੁਆਲੇ ਸੀਗੀਆਂ, ਵੀ ਕਹਿਣ ਦਾ ਜਿਵੇਂ ਮੁਕਾਬਲਾ ਕਰਿਆ ਹੁੰਦਾ। ਉਹਨਾਂ ਦੀ ਭੈਣ ਗੋਡਿਆਂ ਭਾਰ ਇਸ ਤਰ੍ਹਾਂ ਰੱਖੀ ਸੀਗੀ, ਉਹਦੇ ਗੋਲੀ ਵੱਜੀ ਸਿਰ 'ਚ, ਉਹ ਇਸ ਤਰ੍ਹਾਂ ਹੀ ਮੋਸ਼ਨ 'ਚ ਪਈ ਸੀਗੀ। ਤੇ ਦਾਦੀ ਯਾਰ ਉਹ ਮੁੰਡਾ ਸੜ ਰਿਹਾ ਦਾ, ਸਮੈਲ ਬਹੁਤ ਆ ਰਹੀ ਸੀ, ਕਿਉਂਕਿ ਉਹਦਾ ਇੱਕ ਲੱਤ ਵੀ ਜਲ ਗਈ। ਅਸੀਂ ਦੇਖਿਆ, ਚਲੋ ਬੱਚੇ ਸੀਗੇ, ਜਦੋਂ ਦੇਖਿਆ ਉਸ ਟਾਈਮ ਦੇਖ ਨਹੀਂ ਤਾਂ ਹੁੰਦਾ, ਧੂਆਂ ਹੀ ਧੂਆਂ ਦਾ, ਫਿਰ ਬੁਝਾਈ ਅੱਗ। ਪਰ ਉਹ ਉਹਨਾਂ ਦੀ ਜੋ ਮਕਸਦ ਤਾਂ ਅੱਗ ਲਾਉਣ ਦਾ ਵੀ ਮਕਾਨ ਨੂੰ ਅੱਗ ਲਾ ਦੇ, ਵਿੱਚੇ ਜਿਉਂਦੇ ਛੱਡ ਜਾਵੇ, ਪਤਾ ਨਹੀਂ ਲੱਗੇ। ਪਰ ਉਹ 2 ਦਾਦੀ ਯਾਰ ਬੱਚਾ ਹੀ ਜਲੇ ਸੀਗੇ, ਬਾਕੀ ਉਹ ਉਸ ਤਰ੍ਹਾਂ ਹੀ ਸਾਈਡ ਪਰ ਪਏ ਰਹਿ ਗਏ ਸੀਗੇ। ਜਾਣੀ ਕਿ ਬਾਕੀਆਂ ਦੀ ਮੌਤ ਹੈ ਉਹ ਗੋਲੀ ਕਾਰਨ ਹੀ ਹੋਈ ਹੈ। ਗੋਲੀਆਂ ਸਭ ਦੀਆਂ ਮਾਰ ਕੇ ਉਹਨਾਂ ਨੇ ਅੱਗ ਲਾ ਕੇ ਨਿਸ਼ਾਨ, ਗੋਲੀਆਂ ਸਾਰਿਆਂ ਦੇ ਮਾਰਤੀਆਂ ਸੀਗੀਆਂ। ਉਹ ਨਿਸ਼ਾਨ ਮਿਟਾਉਣਾ ਚਾਹੁੰਦੇ ਤੇ ਗੋਲੀਆਂ ਦਾ ਵੀ ਅੱਗੇ ਲਾ ਦਿਓ ਵੀ ਫੂਕ ਹੋ ਜਾਵੇ। ਪਰ ਦਾਦੀ ਯਾਰ ਜਿਹੜਾ ਅਪਾਹਜ 5 ਸਾਲ ਦਾ ਉਸ ਟਾਈਮ ਬੱਚਾ ਤਾਂ ਸਿਮਰਜੀਤ, ਉਹ ਉਹਨਾਂ ਨੂੰ ਅੱਗ ਲੱਗੀ ਸੀਗੀ, ਅੱਧਾ ਉਹ ਜਲ ਗਏ ਸੀਗੇ, ਬਾਕੀ ਉਹ ਤਾਂ ਉਸ ਤਰ੍ਹਾਂ ਹੀ ਪਏ ਸੀਗੇ। ਬਾਡੀ ਉਹਨਾਂ ਦੀ ਗੋਲੀਆਂ ਵੱਜੀਆਂ ਵੀ ਜਿਹੜੇ ਭੈਣ। ਤੁਸੀਂ ਜਿਵੇਂ ਦੱਸਿਆ ਜੀ, ਸਾਰਾ ਜ਼ਿਕਰ ਕੀਤਾ, ਤੇ ਇਹੋ ਜਿਹਾ ਕਦੇ ਸੋਚਿਆ ਸੀ ਵੀ ਇਸ ਤਰੀਕੇ ਦਾ ਵੀ ਹੋ ਸਕਦਾ? ਮਤਲਬ ਇੱਕ ਬਜ਼ੁਰਗ ਵੀ ਨਹੀਂ ਬਖਸ਼ਿਆ ਗਿਆ, ਛੋਟਾ ਬੱਚਾ ਵੀ ਨਹੀਂ ਬਖਸ਼ਿਆ ਗਿਆ। ਇਹ ਤਾਂ ਗੱਲ ਕਦੇ ਸੁਣੀ ਓ ਨਹੀਂ ਤੀ, ਕਦੇ ਵੀ ਨਹੀਂ ਤੀ ਸੁਣੀ, ਕਿਸੇ ਨੇ ਵੀ ਸੁਣੀ ਨਹੀਂ ਵੀ ਐਦਾਂ ਵੀ ਹੋ ਜਾਊਗਾ। ਸਾਨੂੰ ਖੁਦ ਨੂੰ ਨਹੀਂ ਤਾਂ ਹੈਗਾ ਵੀ ਐਦਾਂ ਹੋ ਜਾਊਗਾ, ਕਦੇ ਵੀ ਨਹੀਂ ਤਾਂ ਹੈਗਾ ਸਾਨੂੰ, ਕੋਈ ਨਾ ਸੁਣਿਆ ਸੀਗਾ ਵੀ ਆ ਇਹ ਕੰਮ ਸਾਡੇ ਏਰੀਏ 'ਚ ਨਹੀਂ ਹੁੰਦਾ। ਕਿਹੜਾ ਕੋਈ ਬਹੁਤ ਉਹ ਬੜੀ ਗੱਲ ਆ ਵੀ ਉਹ ਕਰੂੰਗੇ ਤਾਂ ਬਲਵਿੰਦਰ ਨੂੰ ਕਰੂੰਗੇ, ਜੋ ਮਰਜ਼ੀ ਕਰੀ ਜਾ। ਬਾਕੀ ਘਰਦਿਆਂ ਨੂੰ ਫੜ ਕੇ ਲੈ ਗਏ ਹੋਏ ਆ, ਸਾਨੂੰ ਵੀ ਫੜਦੇ ਰਹੇ ਆ, ਪਰ ਉਹ ਹੁਣ ਕਿਆ ਕਹਿ ਸਕਦੇ ਹਾਂ ਅਸੀਂ, ਕਿਹੜੇ ਹਿਸਾਬ ਨਾਲ ਕਰਕੇ ਗਏ ਉਹ ਉਹਨਾਂ ਨੂੰ ਪਤਾ। ਹੁਣ ਤੁਸੀਂ ਇਹ ਵੀ ਤੁਸੀਂ ਦੱਸਿਆ ਨਾਲ ਤੁਹਾਡੇ ਪੜ੍ਹਦੇ ਰਹੇ ਆ ਤੁਸੀਂ, ਬਹੁਤ ਜਿਹੜਾ ਤੁਹਾਡਾ ਬਚਪਨ ਇਕੱਠਿਆਂ ਦਾ ਬੀਤਿਆ ਹੈਗਾ।
ਗੱਲਾਂ ਕਰਦੇ ਹੋਣਗੇ ਉਹਨਾਂ ਦੇ ਮਨ 'ਚ ਕੀ ਸੀ, ਕੀ ਬਣਨਾ ਚਾਹੁੰਦੇ ਸੀਗੇ ਉਹ, ਕੁਛ ਇਦਾਂ ਦੀਆਂ ਗੱਲਾਂ? ਉਹਨਾਂ ਦਾ ਬ੍ਰਦਰ ਪੜਦਾ ਸੀਗਾ, ਛੋਟਾ ਬ੍ਰਦਰ ਪੜਦਾ ਸੀ। ਉਹ ਤਾਂ ਸੱਤੇ ਕਾਫੀ ਬੜੇ ਸੀਗੇ, ਕਿਉਂਕਿ ਉਹ ਜਦ ਪਹਿਲਾਂ ਤੋਂ ਜੇ ਪੜਦੇ ਸੀਗੇ, ਉਹ ਸਿੱਖੀ ਧਰਮ ਨਾਲ ਪਹਿਲਾਂ ਤਾਂ ਉਹਨਾਂ ਨੇ 1986 ਵਿੱਚ ਪਹਿਲਾਂ ਪਿੰਡ ਕੀਰਤਨ ਦਰਬਾਰ ਕਰਵਾਇਆ, ਉੱਥੇ ਅੰਮ੍ਰਿਤ ਛਕਾਇਆ ਸਭ ਨੂੰ, ਜਿਵੇਂ ਪੰਜੇ ਕਕਾਰ ਫਰੀ ਦਿੱਤੇ। ਉਸ ਟਾਈਮ ਸਾਡੇ ਫਾਦਰ ਸਾਹਿਬ ਨੇ ਵੀ ਅੰਮ੍ਰਿਤ ਛਕਿਆ, ਸਕੂਲ 'ਚ ਪ੍ਰੋਗਰਾਮ ਕਰਿਆ ਸੀਗਾ। ਤੇ ਉਦੋਂ ਬਾਅਦ ਗੁਰਦੁਆਰੇ ਵੀ ਸ਼ਾਮ ਨੂੰ ਪਾਠ ਵੀ ਕਰਦੇ ਸੀਗੇ, ਕਲਾਸਾਂ ਲਾਉਂਦੇ ਸੀਗੇ। ਜਿਵੇਂ ਪਿੰਡ ਦੇ ਛੋਟੇ ਅਸੀਂ ਵੀ ਚਲੇ ਜਾਂਦੇ ਬੱਚੇ, ਵੀ ਉਹਨਾਂ ਨੂੰ ਕਹਿੰਦੇ ਵੀ ਸਿਖਾਉਂਦੇ ਤੇ ਪਾਠ ਕਰਨਾ ਗੁਟਕਾ ਸਾਹਿਬ ਲੈ ਕੇ। ਤੇ ਉਹਨਾਂ ਦੀ ਰੁਚੀ ਇਸ ਤਰ੍ਹਾਂ ਦੀ, ਪਰ ਹੈ ਬਹੁਤ ਸਾਊ ਸੁਭਾਅ ਦੇ ਸੀਗੇ, ਕਿਉਂਕਿ ਪੜ੍ਹਦੇ ਵੀ ਸੀਗੇ, ਖੇਤੀ ਵੀ ਚਲੋ 2 ਕਿੱਲੇ 2.5 ਕਿੱਲੇ ਜ਼ਮੀਨ ਦੇ ਵੀ ਤੇ ਖੇਤੀ ਵੀ ਕਰਦੇ, ਡੰਗਰਾਂ ਦਾ ਕੰਮ ਸਭ ਉਹੀ ਕਰਦੇ ਸੀਗੇ। ਪਰ ਉਹਨਾਂ ਦਾ ਕੋਈ ਕਹਿ ਨਹੀਂ ਸਕਦਾ ਵੀ ਇਸ ਤਰ੍ਹਾਂ ਦੀ। ਉਦੋਂ ਚਲੋ ਹੁਣ ਜਦ ਰੋਪੜ ਕਾਲਜ 'ਚ ਡਬਲ MA ਪਹਿਲਾਂ ਪੂਰੇ ਕਰੀ, ਪ੍ਰਾਇਮਰੀ ਸਕੂਲ 'ਚ ਪੜ੍ਹੇ, ਫਿਰ ਹਾਈ 'ਚ, ਫਿਰ ਕਾਲਜ 'ਚ, ਫਿਰ ਰੋਪੜ MA ਕਰ ਸੀਗੇ, ਪਹਿਲਾਂ ਹਿਸਟਰੀ ਦੀ ਕਰੀ, ਫਿਰ ਇੰਗਲਿਸ਼ MA ਕਰ ਸੀਗੇ। ਉੱਥੇ ਉਹਨਾਂ ਨੇ ਕੋਈ ਅਖੰਡ ਕੀਰਤਨੀ, ਕੋਈ ਟਕਸਾਲ ਦਾ ਕੋਈ ਪਾਠ, ਅਖੰਡ ਪਾਠ ਸਾਹਿਬ ਕਰਾਇਆ ਸੀਗਾ। ਜਿਵੇਂ ਹੁਣ ਵੀ ਅਸੀਂ ਵੀ ਰੋਪੜ ਕਾਲਜ ਪੜ੍ਹੇ, ਉੱਥੇ ਹੁਣ ਵੀ ਉਹ ਹਰੇਕ ਸਾਲ ਕੋਈ ਪੁਰਾਣਾ ਪਾਠ ਹੁੰਦਾ, ਸਟੂਡੈਂਟ ਰਲ ਕੇ ਕਰਦੇ ਆ। ਉੱਥੇ ਕਿਤੇ ਪ੍ਰੋਫੈਸਰ ਦਰਸ਼ਨ ਸਿੰਘ ਨੇ ਆਉਣਾ ਸੀਗਾ, ਪੁਲਿਸ ਨੂੰ ਪਤਾ ਲੱਗ ਗਿਆ, ਉਹ ਇਹਨਾਂ ਨੂੰ ਪੁਲਿਸ ਪਟਿਆਲੇ ਚੱਕ ਲੈ ਗਈ, 5-7 ਦਿਨ ਤਸੀਹੇ ਦਿੱਤੇ। ਤੇ ਉਹਦੇ ਬਾਅਦ ਚਲੋ ਕਾਲਜ ਵਾਲਿਆਂ ਨੇ ਪ੍ਰੋਫੈਸਰ ਇਕੱਠੇ ਹੋ ਕੇ ਛੁਡਾ ਲਿਆ ਏ। ਉਹਦੇ ਇੱਕ ਵਾਰ ਫਿਰ ਇਸ ਤਰ੍ਹਾਂ ਯੂਨੀਵਰਸਿਟੀ ਇਸ ਤਰ੍ਹਾਂ 2-3 ਚੱਕਰ ਹੋਏ। ਜਦ ਉਹਨੇ ਦੇਖਿਆ ਵੀ ਇਸ ਤਰ੍ਹਾਂ ਕੰਮ ਹੋਣ ਲੱਗ ਗਿਆ, ਪੁਲਿਸ ਦੁਆਰਾ ਘਰ ਗੇੜੇ ਮਾਰ, 1-2 ਵਾਰ ਆਈ ਵੀ ਉਹ ਹੁੰਦਾ ਨਹੀਂ ਸੀਗਾ। ਪਰ ਉਹ ਜਦੋਂ 87 ਵਿਸਾਖੀ ਵਾਲੇ 13 ਅਪ੍ਰੈਲ 1987 ਨੂੰ ਵਿਸਾਖੀ ਵਾਲੇ ਦਿਨ ਉਹ ਤੜਕੇ ਨੂੰ ਘਰ ਤੋਂ ਚਲੇ ਗਏ। ਉਹਦੇ ਬਾਅਦ ਪੁਲਿਸ ਆਈ ਵੀ ਆ ਬਾਅਦ 'ਚ, ਪਰ ਉਸ ਟਾਈਮ ਉਹ ਘਰ ਤੋਂ ਨਿਕਲ ਚੁੱਕੇ ਸੀਗੇ। ਫਿਰ ਉਹਦੇ ਬਾਅਦ ਮੁੜ ਕੇ ਘਰ ਨਹੀਂ ਆਏ। ਫਿਰ ਅਖਬਾਰਾਂ ਵਿੱਚ ਅਸੀਂ ਨਾਂ ਸੁਣਦੇ ਸੀਗੇ, ਜਿਵੇਂ ਹੁਣ ਮੂਸੇ ਵਾਲੇ ਨੇ ਜਟਾਣਾ ਤੀ, ਉਸ ਟਾਈਮ ਵੀ ਫਰੰਟ ਪੇਜ ਤੇ ਕੋਈ ਕਾਂਡ ਹੁੰਦਾ ਤਾਂ ਜ਼ਿੰਮੇਵਾਰੀ ਲੈਂਦੇ ਤਾਂ ਬਲਵਿੰਦਰ ਸਿੰਘ ਜਟਾਣਾ ਉਹਨੇ ਫਰੰਟ ਪੇਜ ਤੇ ਆਇਆ ਵਾ ਹੁੰਦਾ ਸੀਗਾ। ਕਿਉਂਕਿ ਚਲੋ ਅਸੀਂ ਤਾਂ ਚਲੋ ਛੋਟੇ, ਉਸ ਟਾਈਮ 15 ਸਾਲ ਦੀ ਉਮਰ, ਸਾਡੀ ਉਮਰ ਦੇ ਤਾਂ ਬੰਦਿਆਂ ਨੂੰ ਜਾਣਦੇ ਤੇ, ਜਿਹੜੀ ਨਵੀਂ ਜਨਰੇਸ਼ਨ ਆ 30 ਸਾਲ 35 ਸਾਲ ਦੇ ਥੱਲੇ ਨਵੇਂ ਮੁੰਡੇ, ਉਹਨਾਂ ਨੂੰ ਕਿਸੇ ਨੂੰ ਬਲਵਿੰਦਰ ਬਾਰੇ ਨਹੀਂ ਤਾਂ ਪਤਾ। ਹੁਣ ਜਿਹੜੀ ਮੂਸੇ ਵਾਲੇ ਦੀ ਕਲਮ ਨੇ, ਹੁਣ ਬੱਚੇ ਨੂੰ, ਨਵੀਂ ਜਨਰੇਸ਼ਨ ਨੂੰ ਪਤਾ ਲੱਗ ਗਿਆ ਵੀ ਬਲਵਿੰਦਰ ਜਟਾਣਾ ਕਿਆ, ਤਾਂ ਉਹਦੀ ਕਿਆ ਦੇਣ ਸੀ SYL ਵਾਸਤੇ ਦੇਣ ਤੇ। ਕਿਉਂਕਿ SYL ਤਾਂ ਨਹੀਂ ਰੁਕਣੀ ਹੋਣੀ ਸੀ ਉਸ ਟਾਈਮ ਤੇ, ਜਿੱਦਾਂ ਉਹਨੇ ਉਹ ਗੋਲੀ ਮਾਰ ਕੇ ਉੱਥੇ ਮਾਰੇ ਸੀਗੇ 26 ਸੈਕਟਰ, ਉਹਦੇ ਬਾਅਦ ਤਾਂ ਕੰਮ ਉੱਥੇ ਠੱਪ ਪਿਆ। ਨਹੀਂ ਤਾਂ ਨਹਿਰ ਤੋਂ ਬਣ ਕੇ 82 ਦਾ ਉਹ ਲੱਗਿਆ ਸੀਗਾ, 82 ਦੇ ਬਾਅਦ ਤਾਂ ਆਪਣੇ ਅਕਾਲੀ ਦਲ ਹੋਰ ਜਿਹੜੇ ਜਥੇਬੰਦੀਆਂ ਵਾਲੇ ਧਰਨੇ ਲਾਉਂਦੇ ਸੀਗੇ ਮੋਰਚੇ, ਪਰ ਨਹਿਰ ਤਾਂ ਬਣ ਕੇ ਤਿਆਰ, ਤੁਸੀਂ ਹੁਣ ਵੀ ਦੇਖਦੇ ਇਸ ਵੇਲੇ ਤਿਆਰ ਪਈ ਦਾ, ਰੁਕੀ ਤਾਂ ਹੈ ਨਹੀਂ ਤੀ ਉਹਦਾ ਕੰਮ। ਇਹ ਵੀ ਕਿਹਾ ਜਾਂਦਾ ਵੀ ਮੈਂ ਉੱਥੇ ਦਫ਼ਤਰ 'ਚ ਜਾਣ ਤੋਂ ਪਹਿਲਾਂ ਉੱਥੇ ਜਿਹੜੀ ਨਹਿਰ, ਕਿਉਂਕਿ ਸ਼ੁਰੂ ਹੋ ਰਿਹਾ ਸੀ ਕੰਮ, ਜਿਹੜੀ ਲੇਬਰ ਸੀ ਸ਼ਾਇਦ ਉਹਨਾਂ ਤੇ ਵੀ ਗੋਲੀਆਂ ਚਲਾਈਆਂ। ਨਹੀਂ, ਉਹ ਤਾਂ ਸੁਣਿਆ ਸੀਗਾ, ਕਹਿੰਦੇ ਲੇਬਰ ਕੋਲ ਗਏ ਸੀਗੇ, ਲੇਬਰ ਨੂੰ ਰੋਕਿਆ ਸੀਗਾ ਵੀ ਤੁਸੀਂ ਨਾ ਕਰੋ। ਉਹ ਕਹਿੰਦੇ ਵੀ ਸਾਨੂੰ ਉੱਪਰ ਤੇ ਹੁਕਮ ਆ ਵੀ ਅਸੀਂ ਕਿਆ ਕਰ ਸਕਦੇ, ਇੱਦਾਂ ਦਿਹਾੜੀ ਕਰਦੇ ਆ। ਫਿਰ ਉਹਨਾਂ ਨੇ ਪ੍ਰੋਗਰਾਮ ਕਹਿੰਦੇ ਉੱਥੇ ਦਾ ਬਣਾਇਆ, ਫਿਰ ਤਾਂ ਉੱਥੇ ਉਹ ਗਏ 26 ਸੈਕਟਰ। ਲੱਗਦਾ ਵੀ ਕਿਉਂਕਿ ਦਰਦ ਤਾਂ ਸਾਰੇ ਪੰਜਾਬੀਆਂ ਦੇ ਮਨਾਂ 'ਚ ਹੋਣਾ ਵੀ ਪਾਣੀ ਪੰਜਾਬ ਦਾ ਹੈਗਾ, ਜਿਹੜਾ ਉਹ ਹੋਰ ਥਾਂ ਨਾ, ਦਿੱਲੀ ਜਾਂ ਹਰਿਆਣੇ ਨੂੰ ਨਾ ਦਿੱਤਾ ਜਾਵੇ। ਪਰ ਬਲਵਿੰਦਰ ਜਟਾਣਾ ਦੇ ਮਨ 'ਚ ਸ਼ਾਇਦ ਜ਼ਿਆਦਾ ਦਰਦ ਸੀਗਾ ਪੰਜਾਬ ਦੇ ਪ੍ਰਤੀ, ਆਪਣੇ ਸੂਬੇ ਦੇ ਪ੍ਰਤੀ, ਸ਼ਾਇਦ ਉਹੀ ਚੀਜ਼ਾਂ। ਪਤਾ ਗੱਲ ਗਿਆ ਜੀ, ਹੁਣ ਤਾਂ ਜਿਵੇਂ ਸੋਸ਼ਲ ਮੀਡੀਆ ਜ਼ਮਾਨਾ, SY ਵਾਲੇ ਪਤਾ, ਉਸ ਟਾਈਮ ਤਾਂ ਬਹੁਤੀ ਖਬਰ ਵੀ ਨਹੀਂ ਆਉਂਦੀ, ਕਈ ਦਿਨਾਂ ਕੋਈ ਅਖਬਾਰ ਵੀ ਪਿੰਡ 'ਚ 1-2 ਬੰਦੇ ਲੈਂਦੇ ਹੁੰਦੇ ਤੇ। ਹੁਣ ਤੱਕ ਬੱਚੇ ਦੇ ਘਰ ਅਖਬਾਰ ਆ, ਫੋਨ ਆ। ਉਸ ਟਾਈਮ ਤਾਂ ਇੱਕ ਦੂਜੇ ਦੀਆਂ ਗੱਲਾਂ ਸੁਣਦੇ ਹੁੰਦੇ ਤੇ ਆਪਾਂ ਵੀ ਇਸ ਤਰ੍ਹਾਂ। ਉਹਨੂੰ ਤਾਂ ਪਤਾ ਤਾਂ ਵੀ ਇਹਦਾ ਅੰਜਾਮ ਗਾਹਾਂ ਜਾ ਕੇ ਕਿਆ ਹੋਣਾ, ਵੀ ਪਾਣੀ ਦੇਤਾ ਆਪਾਂ ਜਮੀ ਪਾਣੀ ਬਗੈਰ ਮਰ ਜਾਂਦੇ। ਉਹਨਾਂ ਦੀ ਸੋਚ ਬਹੁਤ ਪਹਿਲਾਂ ਤੋਂ ਹੀ ਬੜੀ ਸੋਚ ਤੀ, ਡੂੰਘਾ ਲੰਬਾ ਸੋਚਦੇ ਤੇ। ਹੁਣ SYL ਦਾ ਹੁਣ ਆਪਣੇ ਮੁੱਦੇ ਜ਼ਿਆਦਾ ਉਠਾਉਣ ਲੱਗੇ ਲੋਕ। ਉਹਨੇ ਤਾਂ ਸਾਨੂੰ ਦੇਖ ਲਓ 90 ਵਿੱਚ ਇਹ ਕੰਮ ਵਾਸਤੇ ਉਹਨੇ ਪਹਿਲੀ ਸੋਚਿਆ, ਦੇਖ ਲਓ ਕਿੰਨੇ ਸਾਲ ਹੋ ਗਏ, 32 ਸਾਲ ਹੋ ਗਏ। 32 ਸਾਲ ਪਹਿਲੇ ਹੀ ਉਹਨੇ ਕੰਮ ਰੋਕਤਾ। ਹੁਣ ਤਾਂ ਸਿਆਸਤੀ ਰੋਟੀ ਨਾਲ ਹੁਣ SYL ਤੇ ਲੋਕ ਸਿੱਖਣ ਲੱਗੇ ਹੋਏ ਆ। ਉਹ ਤਾਂ ਉਹਨੇ 90 'ਚ ਕਰਤਾ ਸੀਗਾ, ਰੋਕਤਾ ਸੀ। ਜਸਵੀਰ ਜੀ, ਤੁਸੀਂ ਦੱਸੋ ਵੀ ਉਸ ਤੋਂ ਬਾਅਦ ਜਿਹੜੇ ਫੈਮਿਲੀ ਮੈਂਬਰਸ ਜਿਹੜੇ ਬਚ ਗਏ ਸੀਗੇ, ਜਦੋਂ ਜਿਹੜੇ ਉੱਥੇ ਮੌਜੂਦ ਨਹੀਂ ਸੀ, ਫਿਰ ਉਹਨਾਂ ਨੇ ਅੱਗੇ ਕਿਵੇਂ ਗੁਜ਼ਾਰਾ ਕੀਤਾ? ਤੇ ਹੁਣ ਉਹਨਾਂ ਦੇ ਆਪਣੇ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਇਸ ਵੇਲੇ ਕੌਣ ਹੈਗੇ ਨੇ? ਉਸ ਟਾਈਮ ਦੇਖੋ ਸਾਡੇ ਦਿੱਲੀ ਵਾਲੇ ਭੂਆ ਜੀ ਇੱਥੇ ਰਹੇ, ਇੱਥੇ ਖਾਣੇ ਤੇ ਵੀ ਯਾਨੀ ਇੱਕ ਵਾਰੀ ਤਾਂ ਪ੍ਰੋਬਲਮ ਆ ਗਈ ਤੀ, ਖਾਣ ਤੇ ਵੀ ਬੜੀ ਮੁਸ਼ਕਲ ਹੋ ਗਈ ਤੀ। ਫਿਰ ਸਾਡੇ ਦਿੱਲੀ ਵਾਲੇ ਭੂਆ ਜੀ ਰਹੇ, ਉਹਨਾਂ ਨੇ ਇੱਥੇ ਕਾਫੀ ਟਾਈਮ ਗੁਜ਼ਾਰਿਆ। ਔਰ ਹੁਣ ਜਿਹੜਾ ਹੈਗਾ ਉਸ ਪਰਿਵਾਰ 'ਚੋਂ ਸਾਡੇ ਜਿਹੜੇ ਹੈਗਾ ਬਲਵਿੰਦਰ ਪਰਿਵਾਰ 'ਚੋਂ ਇੱਕ ਤਾਂ ਸਾਡੇ ਵੱਡੀ ਭੈਣ ਹੈ ਬਲਵਿੰਦਰ ਤੋਂ ਜਿਹੜੇ ਹੈਗੇ ਉਹ ਪ੍ਰੈਜ਼ੈਂਟ ਨੇ, ਉਹ ਦਤਾਰਪੁਰ ਵਿਆਹੇ ਹੋਏ ਨੇ। ਔਰ ਉਸ ਤੋਂ ਬਾਅਦ ਜਿਹੜੇ ਦੂਜੇ ਤਾਈ ਦੇ ਬੇਟੇ, ਵੱਡੇ ਬੇਟੇ ਦਲਬੀਰ ਸਿੰਘ ਹੈ, ਉਹ ਇੱਥੇ ਰਿਹਾਇਸ਼ ਕੀਤੀ ਵੀ ਉਹਨਾਂ ਨੇ। ਔਰ ਉਹਨਾਂ ਨੇ ਇਹ ਘਰ ਜਿਹੜਾ ਹੈਗਾ 2011 'ਚ ਸ਼ੁਰੂ ਕੀਤਾ ਤਾਂ 20 ਸਾਲ ਉਸੇ ਤਰ੍ਹਾਂ ਰਿਹਾ ਪਹਿਲਾਂ ਇਹ, ਲੇਕਿਨ 2011 ਸ਼ੁਰੂ ਹੋਇਆ, 2012 'ਚ ਘਰ ਨੂੰ ਮੁਕੰਮਲ ਕੀਤਾ ਗਿਆ ਹੈ।
ਔਰ ਉਹਨਾਂ ਦਾ ਛੋਟਾ ਬ੍ਰਦਰ ਹੈ, ਉਹਨੂੰ ਹੋ ਗਏ 2018 'ਚ ਉਹਨਾਂ ਦੀ ਡੈਥ ਹੋ ਗਈ ਤੀ ਜੀ। ਉਹ ਯਾਨੀ ਬਿਮਾਰ ਰਹਿੰਦੇ ਤਾਂ ਕੁਛ ਉਹਨਾਂ ਦਾ ਛੋਟਾ ਬ੍ਰਦਰ ਹਰਪ੍ਰੀਤ ਦੀ, ਜਿਨ੍ਹਾਂ ਦੀ ਗੱਲ ਕਰ ਰਹੇ ਇਹਨਾਂ ਦੇ ਪਲਾਸ ਫੈਲੋ, ਉਹਨਾਂ ਦੀ ਯਾਨੀ 2018 ਡੈਥ ਹੋ ਗਈ। ਉਹਨਾਂ ਦੀ ਫੈਮਿਲੀ ਵੀ ਰਹਿੰਦੀ, ਉਹਨਾਂ ਦੇ ਕਹਾਂ ਦੋ ਬੇਟੇ ਹੈ ਹਰਪ੍ਰੀਤ ਜੀ ਦੇ, ਇੱਕ ਬੇਟੀ ਹੈ, ਔਰ ਦਲਵੀਰ ਜੀ ਦੇ ਇੱਕ ਬੇਟਾ ਇੱਕ ਬੇਟੀ ਹੈ ਜੀ। ਤੁਸੀਂ ਵੀ ਦੱਸੋ ਜੀ। ਤੁਸੀਂ ਹਾਂਜੀ ਜੀ ਹੋਰ ਇੱਕ ਚੀਜ਼ ਹੋਰ ਦੱਸਣਾ ਚਾਹੁੰਦਾ, ਉਹਨਾਂ ਨੇ SYL ਦੇ ਨਾਲ ਉਹਨਾਂ ਨੇ ਇੱਕ ਹੋਰ ਵੀ ਕੰਮ ਕੀਤਾ। ਜਿਹੜੀਆਂ ਪਿੰਡਾਂ ਦੀਆਂ ਲੜਕੀਆਂ ਘਰ ਤੋਂ ਛੱਡੀਆਂ ਹੋਈਆਂ ਤੀਆਂ, ਉਹ ਵੀ ਉਹਨਾਂ ਨੇ ਵਸਾਉਣ ਦਾ ਕੰਮ ਕੀਤਾ। ਔਰ ਉਸ ਤੋਂ ਇਲਾਵਾ ਬਰਾਤ ਦੇ ਵਿੱਚ ਜਿੱਦਾਂ ਅੱਜ ਦੇ ਜ਼ਮਾਨੇ ਵਿੱਚ ਸ਼ੋਸ਼ੇਬਾਜ਼ੀ ਹੋ ਰਹੀ ਹੈ, ਉਹ ਵੀ ਉਹਨਾਂ ਨੇ ਖਤਮ ਕੀਤੀ। ਉਹ ਵੀ ਉਹਨਾਂ ਨੇ 11 ਬੰਦਿਆਂ ਤੱਕ ਲਿਮਿਟ ਕੀਤੀ ਵੀ 11 ਬੰਦੇ ਤੋਂ ਵੱਧ ਨਹੀਂ ਜਾਣਗੇ। ਉਸ ਟਾਈਮ ਤੁਸੀਂ ਤਾਂ ਚਲੋ ਥੋੜ੍ਹੇ ਛੋਟੇ ਹੋਣੇ ਉਸ ਟਾਈਮ, ਲੇਕਿਨ ਉਸ ਟਾਈਮ ਉਹਨਾਂ ਨੇ ਇਹ ਵੀ ਲਹਿਰ ਚਲਾਈ। ਔਰ ਬਹੁਤ ਜ਼ਿਆਦਾ ਪਿੰਡਾਂ 'ਚ, ਇਹ ਜਿਹੜਾ ਸ਼ਹਿਰਾਂ 'ਚ ਤਾਂ ਨਹੀਂ ਕਹਿ ਸਕਦੇ, ਪਿੰਡਾਂ 'ਚ ਬਹੁਤ ਜ਼ਿਆਦਾ ਉਹਨਾਂ ਨੂੰ ਸਾਥ ਦਿੱਤਾ ਗਿਆ ਉਹਨਾਂ ਵੱਲੋਂ। ਤੁਸੀਂ ਦੱਸੋ ਜੀ, ਤੁਸੀਂ ਕਿਵੇਂ ਜਾਣਦੇ ਸੀਗੇ? ਕਿੰਨਾ ਟਾਈਮ ਤੁਹਾਡਾ ਵਾਹ ਵਾਸਤਾ ਰਿਹਾ ਜੀ ਉਹਨਾਂ ਨਾਲ? ਦੇਖੋ ਜੀ, ਮੇਰਾ ਜਨਮ ਇੱਥੇ ਦਾ ਹੀ ਹੈ ਜੀ, 1973 ਦਾ ਜਨਮ ਆ, ਤੇ ਉਦੋਂ ਮੈਂ 17-18 ਸਾਲ ਦੀ ਉਮਰ ਸੀ ਮੇਰੀ। ਤੇ ਸਾਡੇ ਨਾਲ ਆਮ ਵਿਚਰਦੇ ਸੀ, ਸਾਡੇ ਘਰ ਵੀ ਆਉਂਦੇ ਸੀ। ਉਹ ਜਦੋਂ ਪੜ੍ਹਦੇ ਸੀ ਰੋਪੜ, ਬੇਲੇ ਵੀ ਪੜ੍ਹੇ, ਤਾਂ ਉਹਨਾਂ ਨੂੰ ਬਹੁਤ ਨਜ਼ਦੀਕ ਚੰਗੀ ਤਰ੍ਹਾਂ ਜਾਣਦੇ ਸੀ ਅਸੀਂ। ਸਾਡੇ ਘਰ ਨਾਲ ਰਿਲੇਸ਼ਨ ਵਧੀਆ ਸੀ ਉਹਨਾਂ ਦੇ। ਤੇ ਫਿਰ ਰੋਪੜ ਜਦੋਂ ਪੜ੍ਹਦੇ ਤਾਂ ਰੋਪੜ ਵੀ ਅਸੀਂ ਜਾਂਦੇ ਹੁੰਦੇ ਸੀ। ਤੁਹਾਨੂੰ ਮਤਲਬ ਸਾਡੇ ਪਰਿਵਾਰ ਨਾਲ ਬਹੁਤ ਉਹਦਾ ਆਣ ਜਾਣ ਸੀ, ਤੇ ਬਹੁਤ ਵਧੀਆ ਸੁਭਾਅ ਦੇ ਮਾਲਕ ਸਨ ਉਹ। ਤੇ ਗੁਰਮਤ ਦੇ ਨਾਲ ਜੁੜੇ ਹੋਏ ਸੀ ਜੀ ਬਹੁਤ ਉਹ। ਹਾਂਜੀ, ਗੁਰਮਤ ਨਾਲ ਬਹੁਤ ਜੁੜੇ ਹੋਏ। ਤੇ ਸਾਨੂੰ ਵੀ ਇੱਥੇ ਪਿੰਡ ਤੋਂ ਗੱਡੀ ਸਪੈਸ਼ਲ ਲੈ ਕੇ, ਟਰੱਕ ਅੰਮ੍ਰਿਤਸਰ ਨੂੰ ਲੈ ਕੇ ਜਾਂਦੇ ਹੁੰਦੇ ਸੀ ਆਪਣੇ ਖਰਚੇ ਤੇ। ਕੋਈ ਖਰਚਾ ਨਹੀਂ ਲੈਂਦੇ, ਸਾਰੇ ਪਿੰਡ ਨੂੰ ਉਹਨਾਂ ਨੇ ਕਹਿਣਾ ਵੀ ਚਲੋ ਅੰਮ੍ਰਿਤਸਰ ਮੱਥਾ ਟੇਕ ਕੇ ਆਉਣਾ। ਉੱਥੇ ਭਿੰਡਰਾਂਵਾਲੇ ਸਾਹਿਬ ਦੇ ਅਸੀਂ ਸੁਣਦੇ ਹੁੰਦੇ ਸੀ ਸਪੀਚਾਂ, ਸਾਨੂੰ ਲਿਜਾਂਦੇ ਰਹੇ ਸੀ ਬਹੁਤ ਉਹ। ਤੇ ਬਹੁਤ ਵਧੀਆ ਸੁਭਾਅ ਦੇ ਮਾਲਕ ਸੀ, ਤਾਂ ਬਹੁਤ ਵਧੀਆ ਕੰਮ ਕਰੇ ਜੀ ਉਹਨਾਂ ਨੇ। SYL ਦਾ ਤੁਹਾਨੂੰ ਪਤਾ ਹੀ ਹੈ ਜੀ, ਨਹੀਂ ਰੁਕਣਾ ਨਹੀਂ ਸੀ ਕੰਮ ਇਹ ਤਾਂ ਲੀਡਰਾਂ ਨੇ ਤੁਹਾਡੇ ਸਾਹਮਣੇ, ਕਿਸੇ ਨੇ ਲੀਡਰ ਨੇ ਤੇ ਨਹੀਂ ਰੁਕਿਆ ਹੈਗਾ ਕੰਮ, ਤੇ ਇਹਨਾਂ ਨੇ ਕਰਿਆ ਕੰਮ ਤਾਂ ਰੁਕਿਆ ਜਾ ਕੇ ਕੰਮ। ਨਹੀਂ ਤਾਂ ਅੱਜ SYL ਚੱਲਦੀ ਹੁੰਦੀ ਜੀ, ਨਾ ਇਹ ਚੱਕਦੇ ਜੀ ਇਹ ਕੰਮ। ਤੇ ਇੱਦਾਂ ਹੀ ਬਾਕੀ ਸਾਡਾ ਜਿਹੜੇ ਉਹਨਾਂ ਦੇ ਸਾਥੀ ਸੀ ਨਾਲ, ਜਿਹੜੇ ਉੱਥੇ ਨਾਲ ਉਹਨਾਂ ਦੇ ਗਏ ਸੀਗੇ, ਚਰਨਜੀਤ ਸਿੰਘ ਚੰਨਾ ਇੱਕ ਉਹਨਾਂ ਦੇ ਸਾਥੀ ਦੱਸੇ ਜਾਂਦੇ ਨੇ, ਇੱਕ ਭਾਊਵਾਲ ਪਿੰਡ ਤੋਂ ਸੀਗੇ, ਉਹਨਾਂ ਬਾਰੇ ਤੁਸੀਂ ਜੋ ਵੀ ਜਾਣਦੇ ਉਹਨਾਂ ਬਾਰੇ ਵੀ ਦੱਸੋ। ਉਹਨਾਂ ਦੇ ਨਾਲ ਕਦੋਂ ਮਿੱਤਰਤਾ ਹੋਈ ਤੇ ਉਹਨਾਂ ਦਾ ਵੀ ਨਾਲ ਕੀ ਯੋਗਦਾਨ ਰਿਹਾ? ਇਹ ਜੀ ਮੇਰਾ ਖਿਆਲ ਜਿੱਦਣ ਇਹ ਘਰ ਤੋਂ ਗਏ ਇਕੱਠੇ ਹੀ ਗਏ। ਜਦੋਂ ਰੋਪੜ ਪੜ੍ਹਦੇ ਸੀ ਉਦੋਂ ਇਹਨਾਂ ਦੀ ਮਿੱਤਰਤਾ ਝੱਲੀਆਂ ਵਾਲੇ ਨਾਲ ਹੋਈ ਹੈ ਜੀ, ਜਿਹੜਾ ਝੱਲੀਆਂ ਵਾਲਾ ਚੰਨਾ ਜੀ। ਬਾਕੀ ਹਰਮੀਤ ਤੇ ਭਾਵਲ ਸਾਰੇ ਇਹਨਾਂ ਨੂੰ ਰੋਪੜੀ ਕਾਲਜ ਦੇ ਵਿੱਚ ਇਹ ਇਕੱਠੇ ਹੋਏ ਆ, ਉੱਥੇ ਹੀ ਇਹ ਪੜ੍ਹਦੇ ਸੀ ਇਕੱਠੇ। ਤੇ ਜਦੋਂ ਘਰ 'ਤੇ ਗਏ ਤਾਂ ਇਕੱਠੇ ਹੀ ਗਏ ਜੀ। ਇਹ ਇਕੱਠੇ ਹੀ ਜਿੱਦਣ ਡੈਥ ਹੋਈ ਹੈ ਜੀ ਉਦੋਂ ਵੀ ਇਕੱਠੀ ਹੋਈ ਆ। ਫਤਿਹਗੜ੍ਹ ਸਾਹਿਬ ਕੋਲ ਸਾਧੂਗੜ੍ਹ ਪਿੰਡ ਆ ਜਿੱਥੇ ਇਹਦੀ ਡੈਥ ਹੋਈ ਆ, ਠੀਕ ਆ ਜੀ। ਤੇ ਇਹਨੇ ਚੰਨੇ ਦੇ ਗੋਲੀ ਲੱਗੀ ਆ, ਇਹਦੇ ਗੋਲੀ ਨਹੀਂ ਸੀ ਲੱਗੀ, ਇਹ ਭੱਜ ਸਕਦਾ ਸੀ ਬਲਵਿੰਦਰ, ਪਰ ਇਹ ਭੱਜਿਆ ਨਹੀਂ ਹੈਗਾ, ਕਹਿੰਦਾ ਨਹੀਂ ਮੈਂ ਭੱਜਣਾ ਨਹੀਂ ਹੈਗਾ। ਤੇ ਇਹ ਉੱਥੇ ਸੁਸਾਈਡ ਕਰ ਗਿਆ। ਤੇ ਫਿਰ ਇਹ ਜਿਪਸੀ ਦੇ ਵਿੱਚ ਜਿਪਸੀ ਫਸ ਗਈ ਤੇ ਇਹਨਾਂ ਦਾ ਸੁਸਾਈਡ ਕਰ ਗਿਆ ਸੀ, ਪਰ ਭੱਜਿਆ ਨਹੀਂ ਹੈਗਾ। ਇਹ ਇਕੱਠੇ ਗਏ ਸੀ, ਇਕੱਠੇ ਆਏ। ਤੇ ਬਹੁਤ ਵਧੀਆ ਸੁਭਾਅ ਦੇ ਮਾਲਕ ਸੀ। ਹਰਮੀਤ ਵੀ ਵਧੀਆ ਬੰਦਾ ਸੀ, ਬਹੁਤ ਵਧੀਆ ਬੰਦਾ। ਇਹ ਤਾਂ ਪੁਲਿਸ ਨੇ ਪਤਾ ਨਹੀਂ ਕਿਵੇਂ ਬਣ ਗਏ ਜੀ, ਪੁਲਿਸ ਨੇ ਤਸੱਦਦ ਕਰਿਆ ਇਹਨਾਂ ਤੇ। ਪੁਲਿਸ ਇਹ ਵੀ ਕਿਹਾ ਦੱਸਿਆ ਜਾਂਦਾ ਵੀ ਉਸ ਵੇਲੇ, ਕਿਉਂਕਿ ਬਲਵਿੰਦਰ ਜਟਾਣਾ ਦਾ ਪਿੰਡ ਸੀ ਇਹ ਜਟਾਣਾ, ਤੇ ਉਦੋਂ ਕੋਈ, ਕਿਉਂਕਿ ਜਦੋਂ ਬਾਹਰ ਰਹਿਣ ਲੱਗ ਗਏ ਸੀਗੇ, ਪੁਲਿਸ ਨੂੰ ਅਕਸਰ ਭਾਲ ਰਹਿੰਦੀ ਸੀਗੀ, ਤਾਂ ਜਿਹੜੇ ਹੋਰ ਪਿੰਡ ਦੇ ਲੋਕ ਕਦੇ ਜਾਂਦੇ ਸੀਗੇ ਤੇ ਰੋਕ ਲੈਂਦੇ ਸੀ ਨਾਕਿਆਂ ਤੇ ਪਿੰਡ ਪੁੱਛਦੇ ਸੀਗੇ ਤੇ ਉਹਨਾਂ ਨੂੰ ਵੀ ਤੰਗ ਪਰੇਸ਼ਾਨ ਕਰਦੇ ਸੀਗੇ ਵੀ ਦੱਸੋ ਬਲਵਿੰਦਰ ਕਿੱਥੇ ਆ। ਮੈਂ ਕਹਿੰਦਾ ਜੀ ਮੇਰੇ ਨਾਲ ਖੁਦ ਹੋਈ ਹੈ ਜੀ, ਸਾਡੇ ਨਾਲ ਖੁਦ ਹੋਈ। ਮੈਂ ਤੁਹਾਨੂੰ ਦੱਸਦਾ ਜੀ 1992 ਦੀ ਗੱਲ ਆ ਜੀ, 1991-92 ਦੀ। ਤੇ ਜਦੋਂ ਮੈਂ ਰੋਪੜ ਜਾ ਰਿਹਾ ਸੀ ਸਕੂਟਰ ਤੇ, ਮੇਰੀ ਸਿਸਟਰ ਸੀ ਉੱਥੇ ਰੋਪੜ ਹਸਪੀਟਲ 'ਚ, ਉਹਨਾਂ ਕੋਲ ਜਾ ਰਿਹਾ ਸੀ ਰੋਟੀ ਲੈ ਕੇ। ਮੇਰੇ ਦਾੜੀ ਰੱਖੀ ਹੁੰਦੀ ਸੀ ਜੀ, ਹੁਣ ਤਾਂ ਮੈਂ ਦਾੜੀ ਕੱਟ ਰਿਹਾ, ਮੇਰੀ ਦਾੜੀ ਰੱਖੀ ਹੁੰਦੀ ਸੀ। ਸਾਨੂੰ ਇੱਥੇ ਰੋਪੜ ਤੇ ਉਦੋਂ SSP ਦੀ ਗੱਡੀ ਆ ਰਹੀ ਸੀ, ਕਾਫਲਾ ਆ ਰਿਹਾ ਸੀ ਚੱਲਿਆ, ਠੀਕ ਹੈ ਜੀ। ਉਹਨਾਂ ਨੇ ਦੇਖਿਆ ਵੀ ਸਰਦਾਰ ਮੁੰਡੇ ਜਾ ਰਹੇ ਨੇ, ਰੋਕੋ। ਸਾਨੂੰ ਰੋਕਿਆ ਉਹਨਾਂ ਨੇ, ਪੁਲਿਸ ਨੇ ਰੋਕ ਕੇ ਕਹਿੰਦੇ ਕਿੱਥੇ ਚੱਲਿਆ ਸੀ? ਰੋਪੜ। ਕਿਹੜਾ ਪਿੰਡ ਹੈ? ਜਟਾਣਾ। ਦੂਜੀ ਗੱਲ ਨਹੀਂ ਪੁੱਛੀ, ਕਹਿੰਦੇ ਨੇ ਤੇ ਪੁੱਛ ਗਿੱਛ ਹੋਣੀ ਇਹਨਾਂ ਨੂੰ, ਚਲੋ ਸਿੱਟੋ। ਸਾਨੂੰ ਬਿਠਾ ਲਿਆ ਜਿਪਸੀ ਦੇ ਵਿੱਚ, ਚਲ ਬੇਲੇ ਚੌਂਕੀ। ਉਦੋਂ ਤਾਂ ਜਟਾਣੇ 'ਚ ਇੱਕ ਨੌ ਜਟਾਣੇ ਦਾ ਬੋਲ ਦਿੰਦਾ ਜਟਾਣਾ, ਉਹਦੇ ਫਿਰ ਪੁੱਛਗਿੱਛ ਹੁੰਦੀ ਸੀ ਵੀ ਹਾਂ ਜੀ ਪੁੱਛਗਿੱਛ ਕਰੋ, ਇਹ ਕੌਣ ਨੇ, ਕਿੱਥੋਂ, ਕੀ ਹੈ ਇਹਨਾਂ ਦਾ, ਕਿਹਦੇ ਨਾਲ ਕੀ ਸੰਬੰਧ ਆ। ਤਾਂ ਤੁਹਾਡੇ ਤੋਂ ਵੀ ਉਹੀ ਪੁੱਛਿਆ ਗਿਆ ਵੀ ਬਲਵਿੰਦਰ ਦਾ ਕੋਈ ਥਾਂ ਪਤਾ ਦਿਓ? ਹਾਂ ਬਿਲਕੁਲ, ਸਾਨੂੰ ਪੁੱਛਿਆ ਨਾ ਬਲਵਿੰਦਰ ਦਾ। ਸਾਡੇ ਪਿੰਡ ਦੇ ਇੱਕ ਦੋ ਮੁੰਡੇ ਹੋਰ ਸੀ, ਉਹਨਾਂ ਬਾਰੇ ਪੁੱਛਦੇ ਸੀ, ਪਰ ਅਸੀਂ ਤਾਂ ਫਿਰ ਸਾਨੂੰ ਪਿੰਡ ਦੀ ਪੰਚਾਇਤ ਲਿਆਈ ਸੀ। ਉਦੋਂ ਤੰਗ ਪਰੇਸ਼ਾਨ ਬਹੁਤ ਕਰਦੇ ਸੀ ਜਟਾਣੇ ਵਾਲਿਆਂ ਨੂੰ, ਬਹੁਤ। ਸਾਡੇ ਪਿੰਡ ਦੇ ਵਿੱਚ ਪੁਲਿਸ ਦਾ ਇਹ ਨਹੀਂ ਸੀ ਪਤਾ ਕਦ ਛਾਉਣੀ ਬਣ ਜਾਣੀ ਆ। ਸਾਰੇ ਪਿੰਡ ਦੀ ਤਲਾਸ਼ੀ ਹੁੰਦੀ ਸੀ, ਸਾਰੇ ਪਿੰਡ ਨੂੰ ਬਾਹਰ ਗਰਾਊਂਡ ਦੇ ਵਿੱਚ ਇਕੱਠੇ ਕਰ ਦਿੰਦੇ, ਤੇ ਘਰ ਲੇਡੀਜ਼ ਹੁੰਦੀਆਂ ਸੀ।
ਉਹ ਸਾਰੇ ਪਿੰਡ ਦੀ ਤਲਾਸ਼ੀ ਲੈਣੀ, ਸਾਰਾ ਕੁਝ ਕਰਨਾ ਇਹਨੇ। ਬਹੁਤ ਜਿਹਨੂੰ ਤੰਗ ਪਰੇਸ਼ਾਨ ਤਾਂ ਬਹੁਤ ਕਰਿਆ ਸਾਨੂੰ ਉਸ ਟਾਈਮ। ਇੱਕ ਜਿਵੇਂ ਹੁਣ ਗੱਲ ਹੁੰਦੀ ਹੈ ਜੀ, ਸੁਮੇਧ ਸੈਣੀ ਹੋਣ ਚਾਹੇ ਪੂਲਾ ਨਿਹੰਗ ਹੋਣ, ਵੀ ਉਹਨਾਂ ਨੇ ਇੱਕ ਨਹੀਂ ਬਹੁਤ ਸਾਰੇ ਪਰਿਵਾਰਾਂ ਤੇ ਜਿਹੜੀ ਤਸ਼ੱਦਦ ਹੈ ਉਹ ਢਾਈ ਹੈਗੀ ਹੈ, ਬਹੁਤ ਪਰਿਵਾਰ ਜਿਹੜੇ ਆ ਖਤਮ ਹੋਏ ਉਸ ਵੇਲਿਆਂ ਦੇ ਵਿੱਚ। ਤੁਸੀਂ ਕੋਈ ਦੱਸ ਸਕਦੇ ਹੋ ਉਦਾਹਰਨ, ਕੋਈ ਤੁਹਾਡੇ ਨਾਲ ਕੋਈ ਵਾਕਾ ਹੋਇਆ ਹੋਵੇ? ਨਹੀਂ, ਸਾਡੇ ਨਾਲ ਤਾਂ ਮੈਨੂੰ ਤਾਂ ਨਹੀਂ, ਸਾਡੇ ਨਾਲ ਤਾਂ ਸਾਡਾ ਇਹੀ ਵਾਕਾ ਹੋਇਆ ਸੀ। ਪਰ ਸਾਨੂੰ ਹੁਣ ਪਤਾ ਲੱਗ ਰਿਹਾ, ਉਦੋਂ ਵੀ ਸਾਨੂੰ ਪਤਾ ਲੱਗਿਆ ਸੀ ਵੀ ਇਹਨੇ ਹੋਰ ਵੀ ਪਰਿਵਾਰਾਂ ਨਾਲ ਤਸ਼ੱਦਦ ਕਰਿਆ ਵਾ ਬਹੁਤ, ਕਿਉਂਕਿ ਅਸੀਂ ਵੀ ਜੇ ਬਾਹਰ ਘੁੰਮਦੇ ਫਿਰਦੇ ਸੀ ਸਾਨੂੰ ਪਤਾ ਲੱਗਿਆ ਇੱਧਰ ਖਾਨਪੁਰਾ ਪਿੰਡ, ਉੱਥੇ ਦੇ ਪਰਿਵਾਰ ਨਾਲ ਬਹੁਤ ਇਹਨੇ ਤਸ਼ੱਦਦ ਕਰਿਆ, ਉਹ ਵੀ ਬੰਦੇ ਸਾਰੇ ਖਤਮ ਕਰਤੇ ਸੀ ਇਹਨੇ। ਤੇ ਸਾਨੂੰ ਤਾਂ ਆਪਣੇ ਪਿੰਡ ਦਾ ਸੀ, ਸਾਡੇ ਪਿੰਡ ਦਾ ਆਪਣਾ ਦੁੱਖ ਸੀ ਬਹੁਤ, ਇਹਨਾਂ ਨੇ ਸਾਡਾ ਪਿੰਡ ਜਿਹੜਾ ਬਹੁਤ ਜ਼ਿਆਦਾ, ਸਾਡੇ ਸਾਰੇ ਪਰਿਵਾਰ ਦੇ ਮੈਂਬਰ ਖਤਮ ਕਰਤੇ ਸੀ। ਜਿਹੜੇ ਅੰਦਰ ਬੈਠੇ ਸੀ ਵਿਚਾਰੇ ਥਾਣੇ 'ਚ, ਸਾਡੇ ਤਾਇਆ ਜੀ ਨੇ, ਚਾਚਾ ਜੀ, ਉਹ ਬਚੇ ਸੀ, ਬਾਕੀ ਤਾਂ ਖਤਮ ਹੀ ਸੀ ਸਾਰੇ। ਤਾਂ ਬਾਅਦ ਵਿੱਚ ਰੋਟੀ ਪਾਣੀ ਦਾ ਵੀ ਬਹੁਤ ਔਖਾ ਤਾਂ ਇਹਨਾਂ ਦਾ। ਨਹੀਂ, ਭੂਆ ਜੀ ਆਏ ਇੱਥੋਂ, ਜਿਹੜੇ ਦਿੱਲੀ ਸਿਸਟਰ ਵੱਡੀ, ਉਹਨਾਂ ਨੇ ਆ ਕੇ ਇੱਥੇ ਰੋਟੀ ਪਾਣੀ ਦਾ ਇਹਨਾਂ ਦਾ ਕੰਮ ਚਲਾਇਆ, ਉਹੀ ਰੋਟੀ ਪਾਣੀ ਦਿੰਦੇ ਸੀ ਇਹਨਾਂ ਨੂੰ। ਨਹੀਂ ਤਾਂ ਇਹਨਾਂ ਦਾ ਔਖਾ ਬਹੁਤ ਸੀ, ਇੱਥੇ ਬਹੁਤ ਜ਼ਿਆਦਾ ਔਖਾ ਹੋ ਗਿਆ ਸੀ ਇਹਨਾਂ ਦਾ। ਤੇ ਇਹ ਵੀ ਦੱਸ ਦਿਓ ਜਸਵੀਰ ਜੀ, ਤੁਸੀਂ ਦੱਸ ਦਿਓ ਵੀ ਹੁਣ ਇੱਥੇ ਕੌਣ ਰਹਿ ਰਿਹਾ ਜੀ, ਤੇ ਆਪਣਾ ਜਿਹੜਾ ਘਰ ਹੈ ਉਹ ਕਿਵੇਂ ਚਲਾਉਂਦੇ ਨੇ, ਕੀ ਕੰਮ? ਜਿਹੜੇ ਇੱਥੇ ਸਾਡੇ ਤੇ ਦੂਜੇ ਤਾਏ, ਛੋਟੇ ਤਾਏ ਜੀ ਦਾ ਜਿਹੜੇ ਬੇਟਾ ਦਲਵੀਰ ਸਿੰਘ, ਉਹ ਇਸ ਘਰ 'ਚ ਰਹਿ ਰਿਹਾ ਜੀ। ਉਹਦਾ ਆਪਣਾ ਲੱਕੜ ਦਾ ਕੰਮ ਆ ਜੀ, ਵੈਸੇ ਠੇਕੇਦਾਰੀ ਵੀ ਕਰ ਰਿਹਾ ਕਾਫੀ, ਯਾਨੀ ਉਹਨਾਂ ਦਾ ਕੰਮ ਕਾਫੀ ਹੈ। ਔਰ ਆਪਣਾ ਰੋਪੜ ਲੋਕਲ ਔਰ ਮੋਹਾਲੀ ਚੰਡੀਗੜ੍ਹ ਤੱਕ ਉਹਨਾਂ ਦਾ ਕੰਮ ਹੈ ਜੀ। ਅੱਛਾ, ਇੱਕ ਬਲਵਿੰਦਰ ਜਟਾਣਾ ਜੀ ਦੇ ਉਹਨਾਂ ਦੀ ਮੌਤ ਤੋਂ ਬਾਅਦ ਜਿਵੇਂ ਹੋਰ ਜਿਹੜੇ ਤੁਸੀਂ ਹੋ ਗਏ ਜਾਂ ਤੁਸੀਂ ਗੱਲ ਕੀਤੀ ਹੈ ਤੁਹਾਡੇ ਬ੍ਰਦਰ ਦੀ, ਉਹਨਾਂ ਨੂੰ ਕਿਸੇ ਨੂੰ, ਫੈਮਿਲੀ ਮੈਂਬਰ ਨੂੰ, ਕਿਸੇ ਹੋਰ ਨੂੰ ਤਾਂ ਨਹੀਂ ਕੋਈ ਬਾਅਦ 'ਚ ਪੁਲਿਸ ਵੱਲੋਂ ਕੋਈ ਤੰਗ ਪਰੇਸ਼ਾਨ ਕੀਤਾ? ਬਾਅਦ 'ਚ ਤਾਂ ਨਹੀਂ, ਜਦੋਂ ਸਾਡੇ ਜਿਹੜੇ ਬਲਵਿੰਦਰ ਦੇ ਛੋਟਾ ਭਰਾ ਤਾਂ ਜਿਹੜਾ ਅਸੀਂ ਭੂਆ ਜੀ ਨੂੰ ਦਿੱਤਾ, ਉਹਨਾਂ ਦੀ ਮੈਰਿਜ ਤੀ, ਉਹ ਮੈਰਿਜ 'ਤੇ ਉੱਥੇ ਗਏ ਤਾਂ ਅਸੀਂ ਵੀ ਗਏ, ਤੇ ਅਸੀਂ ਉਹ 11 ਬੰਦੇ ਵਾਲਾ ਅਸੀਂ ਉਹ ਜਦੋਂ ਸ਼ੁਰੂ ਕੀਤਾ, ਸਾਡੇ ਵੀਰ ਨੇ ਸ਼ੁਰੂ ਕੀਤਾ ਕੁਝ, ਉਸ ਕਰਕੇ ਅਸੀਂ ਵੀ 11 ਬੰਦੇ ਉੱਥੇ ਗਏ, ਤੇ ਮੈਂ ਨਹੀਂ ਗਿਆ 11 ਬੰਦਿਆਂ 'ਚ, ਮੈਂ ਵੀ ਨਹੀਂ ਆਂਦਾ ਤਾ, ਲੇਕਿਨ ਅਸੀਂ ਆਪਣਾ ਸ਼ਾਮ ਨੂੰ ਪਾਰਟੀ ਦਾ ਦੇਖਿਆ ਤੇ ਪਿੰਡ ਨੂੰ ਪਾਰਟੀ ਕਰਨੀ ਹੈ। ਲੇਕਿਨ ਉੱਥੇ ਤੇ ਜਿਹੜਾ ਹੈਗਾ ਮੇਰੇ ਵੱਡੇ ਬ੍ਰਦਰ ਨੂੰ ਵੀ ਲੈ ਗਏ, ਸਮੇਤ ਸੈਣੀ ਨੂੰ ਉੱਥੇ ਤੇ ਚੁਕਾਤਾ। ਜਦੋਂ ਆਨੰਦ ਕਾਰਜ ਹੋਏ ਉੱਥੋਂ ਤੋਂ ਉਹਨਾਂ ਨੂੰ, ਵੱਡੇ ਬ੍ਰਦਰ ਮੇਰੇ, ਉਹਨਾਂ ਨੂੰ ਚੱਕਿਆ ਗਿਆ। ਔਰ ਮੇਰੇ ਜੀਜਾ ਜੀ ਨੇ ਬਾਅਦ 'ਚੋਂ ਮੈਰਿਜ ਹੋਈ ਤੀ, ਉਹਨਾਂ ਨੂੰ ਤਾਂ ਪਤਾ ਵੀ ਨਹੀਂ ਤਾਂ ਇਸ ਬਾਰੇ। ਬਸ ਇਹੀ ਹੋਇਆ ਵੀ ਬਲਵਿੰਦਰ ਦਾ ਜੀਜਾ ਹੈ, ਬਸ ਇਹ ਹੈ। ਇੱਕ ਫਿਰ ਜਿਹੜਾ ਪਵਨ ਵਿਆਹ ਵਾਲਾ ਤਾਂ ਮੁੰਡਾ, ਤਾਂ ਉਹਨੂੰ ਵੀ ਨਾਲ ਲੈ ਗਿਆ। ਇੱਕ ਸਾਡੇ ਸੁਰਮੁਖ ਭਰਾ ਤਾਂ ਸਾਡਾ ਦਿੱਲੀ, ਯਾਨੀ ਭੂਆ ਦਾ ਲੜਕਾ ਜਿਹੜਾ, ਉਹ ਜਿਹੜਾ ਹੈਗਾ ਉਹਨਾਂ ਨੂੰ ਲੈ ਗਏ ਤੇ ਚਾਰਾਂ ਨੂੰ। ਔਰ ਉਸ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਨੂੰ ਟੌਰਚਰ ਕੀਤਾ ਗਿਆ, ਤੇ ਬਹੁਤ ਜ਼ਿਆਦਾ ਟੌਰਚਰ ਕੀਤਾ ਗਿਆ। ਤੁਸੀਂ ਦੱਸੋ ਜੀ, ਕੀ ਨਾਮ ਹੈ ਆਪਣਾ? ਕਮਲਜੀਤ ਸਿੰਘ ਜੀ। ਤੁਸੀਂ ਕਿਉਂਕਿ ਛੋਟੇ ਹੁੰਦੇ ਉਹਨਾਂ ਨੂੰ ਅਕਸਰ ਬਹੁਤ ਦੇਖਿਆ ਹੋਣਾ, ਬਲਵਿੰਦਰ ਜਟਾਣਾ ਤੁਹਾਡੇ ਕੋਲ, ਤੁਹਾਡੇ ਯਾਦਾਂ ਬਹੁਤ ਸਮਾਈਆਂ ਹੋਈਆਂ ਨੇ, ਉਹਨਾਂ ਬਾਰੇ ਦੱਸੋ। ਜਦੋਂ ਪੜ੍ਹਦੇ ਸੀਗੇ ਕਿਵੇਂ ਦੇ ਸੀਗੇ, ਸਕੂਲ ਜਾਂਦੇ ਸੀ ਜਾਂ ਕਾਲਜ ਪੜ੍ਹਨ ਜਾਂਦੇ ਸੀਗੇ, ਤਾਂ ਉਦੋਂ ਤੁਸੀਂ ਕੀ ਦੇਖਦੇ ਸੀ ਉਸ ਬੱਚੇ 'ਚ? ਉਹ ਤਾਂ ਬਹੁਤ ਵਧੀਆ ਸੁਭਾਅ ਦੇ ਜੀ। ਪਹਿਲੀ ਗੱਲ ਤਾਂ ਇਹ ਜੀ, ਨਾ ਤਾਂ ਕਿਸੇ ਨਾਲ ਬਹੁਤਾ ਫਾਲਤੂ ਬੋਲਦੇ ਤੇ, ਆਪਣਾ ਇਕੱਲੇ ਜਾਣਾ ਕਾਲਜ ਨੂੰ, ਇਕੱਲੇ ਆਉਣਾ। ਇੱਕ ਸਾਈਕਲ ਰੱਖਿਆ ਹੁੰਦਾ ਸੀ ਉਹਨਾਂ ਨੇ, ਮੂਹਰੇ ਇੱਕ ਲਾਇਆ ਹੁੰਦਾ ਸਟੈਂਡ ਦਾ ਇਕੱਲੇ ਹੀ, ਉਹਦੇ 'ਚ ਤੇ ਆਪਣੀਆਂ ਕਿਤਾਬਾਂ ਰੱਖਣੀਆਂ, ਕਿਤਾਬਾਂ ਰੱਖ ਕੇ ਇਕੱਲੇ ਨੇ ਜਾਣਾ, ਇਕੱਲੇ ਨਹੀਂ ਆਉਣਾ। ਘਰ ਆ ਕੇ ਵੀ ਫਿਰ ਮੱਝਾਂ ਚਾਰਨ ਜਾਣਾ ਉਹਨੇ, ਮਤਲਬ ਕਿਸੇ ਨਾਲ ਕੋਈ ਫਾਲਤੂ ਹੁੰਦਾ ਜੀ ਕਰਦਾ ਹੈਗਾ ਉਹ। ਹਾਂਜੀ, ਮੱਝਾਂ ਚਾਰਨ ਵੇਲੇ ਵੀ ਪੜ੍ਹਾਈ ਕਰਦੇ ਸੀ? ਹਾਂਜੀ, ਨਾਲ ਪੜ੍ਹਾਈ ਕਰਦੇ ਤੇ ਜੀ। ਪਾਂਡੇ ਨੂੰ ਬਹੁਤ ਹੁਸ਼ਿਆਰ ਤੇ ਜੀ। ਤੇ ਕਿਉਂਕਿ ਐਮਏ ਇੰਗਲਿਸ਼ ਕੀਤੀ ਸੀ, ਕਿ ਕਿਹਾ ਜਾਂਦਾ ਕਿ ਇੰਗਲਿਸ਼ ਬੜੀ ਵਧੀਆ ਸੀ ਉਹਨਾਂ ਦੀ ਉਸ ਵੇਲੇ। ਹਾਂਜੀ, ਬਹੁਤ ਜ਼ਿਆਦਾ ਵਧੀਆ ਜੀ। ਹੁਣ ਆਪਾਂ ਗੱਲ ਕਰਦੇ ਹਾਂ ਵੀ ਜਦੋਂ ਬਲਵਿੰਦਰ ਜਟਾਣਾ ਨੂੰ ਉਸ ਤੋਂ ਬਾਅਦ ਜਿਵੇਂ ਇਨਕਾਊਂਟਰ ਕੀਤਾ ਜਾਂਦਾ ਹੈ, ਉਹਨਾਂ ਦੇ ਮਰਨ ਤੋਂ ਬਾਅਦ ਫਿਰ ਜਦੋਂ ਡੈੱਡ ਬੋਡੀ ਇਸ ਪਿੰਡ ਲਿਆਂਦੀ ਗਈ ਸੀ, ਸੰਸਕਾਰ ਕਰਨਾ ਸੀ, ਉਦੋਂ ਤੁਸੀਂ ਪਿੰਡ 'ਚ ਹੀ ਮੌਜੂਦ ਹੋਵੋਗੇ। ਉਦੋਂ ਕਿਵੇਂ ਦਾ ਮਾਹੌਲ ਸੀ? ਕਿੰਨੇ ਕੁ ਲੋਕ ਆਏ? ਪਰਿਵਾਰ ਵਾਲੇ ਨੂੰ ਵੀ, ਜਿਨ੍ਹਾਂ ਨੂੰ ਪਤਾ ਲੱਗਿਆ, ਕਿਉਂਕਿ ਬਹੁਤ ਸਾਰੇ ਪਰਿਵਾਰ ਵਾਲੇ ਕਿਉਂਕਿ ਪੁਲਿਸ ਹਿਰਾਸਤ ਵਿੱਚ ਸੀਗੇ, ਤੇ ਕਿੰਨੇ ਦਿਨ ਬੋਡੀ ਪਈ ਰਹੀ, ਤੇ ਉਦੋਂ ਇੱਥੇ ਕਿਵੇਂ ਦਾ ਮਾਹੌਲ ਸੀ? ਕਿੱਥੇ ਬੋਡੀ ਨੂੰ ਰੱਖਿਆ ਗਿਆ? ਬੋਡੀ ਜੀ ਤਾਂ ਮਾਹੌਲ ਤਾਂ ਜੀ ਬਹੁਤ ਜ਼ਿਆਦਾ ਹੋਤਾ ਜੀ। ਤੇ ਇੱਕ ਦਿਨ ਮੇਰਾ ਖਿਆਲ ਲਿਆ ਕੇ ਰੱਖਿਆ ਤੀ, ਫਿਰ ਉਹ ਸੰਸਕਾਰ ਦੀ ਗੱਲ ਚੱਲੀ ਤੀ। ਉਹ ਕਹਿੰਦੇ ਪਹਿਲਾਂ ਸਾਡੇ ਪਰਿਵਾਰ ਨੂੰ ਸਾਰਾ ਲਿਆਓ, ਉਰੇ ਪੇ ਕਰਾਂਗੇ। ਮੇਰਾ ਖਿਆਲ ਦੂਆ ਦਿਨ ਫਿਰ ਸੰਸਕਾਰ ਕਰਿਆ ਤਾਂ ਐਸੀ ਜਗ੍ਹਾ ਪਰ, ਉਰਿਆ ਜਗ੍ਹਾ ਤੀ, ਇੱਥੇ ਉਹ ਦੀ ਡੈੱਡ ਬੋਡੀ ਪਈ ਰਹੀ ਤੀ। ਉੱਧਰ ਜਾਣੀਏ ਤੁਸੀਂ ਮੰਨ ਕੇ ਚਲੋ, ਉਹਦੀ ਡੈੱਡ ਬੋਡੀ ਸੇਵਿਆਂ 'ਚ ਪਹੁੰਚ ਗਈ ਤੀ, ਤੇ ਪਿੱਛੇ ਲੋਕ ਉਹਨਾਂ ਦੇ ਅਜੇ ਘਰ ਵਿੱਚ ਖੜ੍ਹੇ ਤੇ, ਲੱਖੇ ਬੰਦਾ ਕਹਿ ਸਕਦੇ ਆਪਾਂ ਵੀ, ਲੱਖੇ ਬੰਦਾ ਹੈਗਾ ਦਾ ਜੀ ਪਿੱਛੇ ਉਹਦੇ। ਤੇ ਉਸ ਤੋਂ ਬਾਅਦ ਤੁਹਾਨੂੰ ਕੋਈ, ਕਿਉਂਕਿ ਪਿੰਡ ਤੁਹਾਡਾ ਸੀਗਾ, ਤੇ ਪਿੰਡ ਵਾਲਿਆਂ ਨੂੰ ਤਾਂ ਕੋਈ ਉਸ ਤੋਂ ਬਾਅਦ ਨਹੀਂ ਦੁਬਾਰਾ ਕਿਸੇ ਨੂੰ ਕੋਈ ਪੁੱਛਗਿੱਛ ਕੀਤੀ ਹੋਵੇ? ਨਹੀਂ ਜੀ, ਦੁਬਾਰਾ ਕੁਝ ਨਹੀਂ ਕਰੀ। ਜਦੋਂ ਜਿਉਂਦਾ ਤਾਂ ਉਦੋਂ ਸਾਨੂੰ ਪੁੱਛਗਿੱਛ ਬਹੁਤ ਹੁੰਦੀ ਸੀ। ਜਦੋਂ ਵੀ ਕਿਸੇ ਸ਼ਹਿਰ 'ਚ ਜਾਣਾ, ਕਿਤੇ ਨਾਕਾ ਲੱਗਿਆ ਹੋਣਾ, ਖੜ੍ਹ ਜੋ, ਕਿਹੜਾ ਪਿੰਡ ਆ? ਜਟਾਣਾ। ਬਹਿ ਜਾਓ ਉੱਥੇ, ਦੱਸੋ ਕਿੱਥੇ ਆਓ,
ਦੇਖੋ ਸਾਨੂੰ ਕਿਆ ਪਤਾ ਯਾਰ ਕਿੱਥੇ ਆ ਉਹ, ਜੇ ਬਈ ਤੁਸੀਂ ਟੋਲ ਲਓ ਕਿੱਥੇ ਆ। ਮਤਲਬ ਬਹੁਤ ਪਰੇਸ਼ਾਨੀ ਪਰ ਕੱਟੀ ਤੁਸੀਂ ਆ। ਦੱਸਿਆ ਵੀ ਉਸ ਵੇਲੇ ਜਟਾਣਾ ਪਿੰਡ ਬੜਾ ਚਰਚਾ ਸੀ, ਖਾਸ ਤੌਰ ਤੇ ਪੁਲਿਸ ਦੀਆਂ ਅੱਖਾਂ 'ਚ ਬੜਾ ਰੜਕਦਾ ਸੀ ਇਹ ਪਿੰਡ। ਪਰ ਉਸ ਤੋਂ ਬਾਅਦ ਚਲੋ ਬਹੁਤ ਸਾਲ ਹੁਣ ਬੀਤ ਗਏ ਉਹਨਾਂ ਘਟਨਾਵਾਂ ਨੂੰ। ਹੁਣ ਪਿੰਡ ਨੂੰ ਸ਼ਾਇਦ ਬਾਹਲੇ ਲੋਕ ਨਹੀਂ ਜਾਣਦੇ ਸੀਗੇ, ਪਰ ਹੁਣ ਇਹ ਦੁਬਾਰਾ ਇਹ ਗੀਤ ਦੇ ਵਿੱਚ ਜ਼ਿਕਰ ਹੋਣਾ ਬਲਵਿੰਦਰ ਜਟਾਣੇ ਦਾ, ਤੇ ਬਲਵਿੰਦਰ ਜਟਾਣੇ ਦੇ ਫਿਰ ਪਿੰਡ ਦੇ ਨਾਂ ਤੇ ਸਰਚਾਂ ਵੱਜ ਰਹੀਆਂ ਨੇ, ਉਹਨਾਂ ਦੇ ਨਾਂ ਦੇ ਬਾਰੇ ਉਹਨਾਂ ਪੜ੍ਹਿਆ ਜਾ ਰਿਹਾ ਉਹਨਾਂ ਦੇ ਬਾਰੇ। ਤੇ ਕਿਵੇਂ ਮਹਿਸੂਸ ਕਰਦੇ ਹੋ ਕਿ ਤੁਹਾਡਾ ਪਿੰਡ ਤੇ, ਕਿਉਂਕਿ ਜਿਹੜੇ ਵੀ ਪੰਜਾਬੀ ਪੜ੍ਹਦੇ ਨੇ ਉਹਨਾਂ ਨੂੰ ਬੜਾ ਹੀਰੋ ਮੰਨਦੇ ਸੀ ਬਹੁਤ ਸਾਰੇ ਲੋਕ, ਤੇ ਕਿਵੇਂ ਮਹਿਸੂਸ ਹੁੰਦਾ? ਅੱਛਾ, ਮਤਲਬ ਵੈਸੇ ਸਾਨੂੰ ਬਹੁਤ ਮਾਣ ਆ ਹੁਣ। ਪਹਿਲਾਂ ਤਾਂ ਤਸ਼ੱਦਦ ਵੀ ਘਟਿਆ, ਹੁਣ ਮਾਣ ਵੀ ਹੈਗਾ ਵੀ ਐਡਾ ਬੜਾ ਕੰਮ ਉਹਨੇ ਜਿਹੜਾ ਕਿਸੇ ਦੇ ਹੋਣਾ ਹੀ ਨਹੀਂ ਤਾਂ ਉਹ SYL ਨਾਇਰ ਦਾ, ਤਾਂ ਇਹ ਬੰਦਾ ਕਰਾ ਗਿਆ। ਸਾਨੂੰ ਮਾਣ ਬਹੁਤ ਬੜੀ ਗੱਲ ਹੈ ਜੀ ਇਹਦਾ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਗੱਲਬਾਤ ਅਸੀਂ ਕਰ ਰਹੇ ਸੀਗੇ, ਪਰਿਵਾਰਕ ਮੈਂਬਰਾਂ ਦੇ ਨਾਲ ਵੀ ਗੱਲ ਕੀਤੀ ਹੈ ਤੇ ਪਿੰਡ ਵਾਲੇ ਨਾਲ ਵੀ ਗੱਲ ਕੀਤੀ ਹੈ, ਜਿਨ੍ਹਾਂ ਨੇ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਨੇ ਉਹ ਦੱਸੀਆਂ ਨੇ। ਉਹ ਉਸ ਵੇਲੇ ਅੱਖੀ ਦੇਖਿਆ ਜਿਹੜਾ ਹਾਲ ਸੀ, ਕਿਸ ਤਰੀਕੇ ਦੇ ਨਾਲ ਪਰਿਵਾਰ ਤੇ ਜਿਹੜਾ ਹੈਗਾ ਤਸ਼ੱਦਦ ਢਾਈ ਗਈ, ਤੇ ਉਹਨਾਂ ਦੀ ਨਿੱਜੀ ਜ਼ਿੰਦਗੀ ਬਾਰੇ ਵੀ ਦੱਸਿਆ ਕਿ ਪੜ੍ਹਨ ਦੇ ਵਿੱਚ ਕਿਵੇਂ ਦੇ ਸੀਗੇ। ਤੇ ਅੱਜ ਪਿੰਡ ਦੇ ਲੋਕ ਜਿਹੜੇ ਨੇ ਉਹ ਮਾਣ ਮਹਿਸੂਸ ਕਰ ਰਹੇ ਨੇ, ਕਿਉਂਕਿ ਬਲਵਿੰਦਰ ਜਟਾਣਾ ਜਿਹੜਾ ਨਾਮ ਹੈ ਉਹ ਇਸ ਵੇਲੇ ਕਹੀਏ ਵੀ ਗੂਗਲ ਦੇ ਉੱਤੇ ਛਾਇਆ ਪਿਆ। ਸਿੱਧੂ ਮੂਸੇਵਾਲੇ ਦਾ ਜਿਹੜਾ ਗੀਤ ਹੈ ਉਹ ਲਗਾਤਾਰ ਪੂਰੀ ਦੁਨੀਆ ਦੇ ਵਿੱਚ ਚੱਲ ਰਿਹਾ, ਬਹੁਤ ਮਿਲੀਅਨਸ ਦੇ ਵਿੱਚ ਉਹਦੇ ਵਿਊਜ਼ ਜਿਹੜੇ ਉਹ ਹੋ ਰਹੇ ਨੇ, ਤੇ ਜੋ ਵੀ ਉਸ ਗਾਣੇ ਨੂੰ ਸੁਣ ਰਿਹਾ ਤੇ ਉਹ ਕਹਿ ਲਈਏ ਵੀ ਫਿਰ ਬਲਵਿੰਦਰ ਜਟਾਣਾ ਬਾਰੇ ਜ਼ਰੂਰ ਪੜ੍ਹਨ ਦਾ ਇੱਛੁਕ ਹੈ। ਸੋ ਅਸੀਂ ਕੋਸ਼ਿਸ਼ ਸਾਡੀ ਇਹ ਸੀਗੀ ਵੀ ਅੰਦਰਲੀਆਂ ਗੱਲਾਂ ਜਿਹੜੀਆਂ ਉਹ ਤੁਹਾਡੇ ਤੱਕ ਪਹੁੰਚਾਈਆਂ ਜਾਣ, ਤੇ ਉਹਨਾਂ ਦਾ ਬੈਕਗਰਾਊਂਡ ਜਿਹੜਾ ਦੱਸਿਆ ਜਾਵੇ ਕਿ ਇਸ ਤਰੀਕੇ ਦੇ ਨਾਲ ਜਦੋਂ ਕਾਲਾ ਦੌਰ ਸੀਗਾ ਤੇ ਉਸ ਵੇਲੇ ਬਲਵਿੰਦਰ ਜਟਾਣਾ ਤੇ ਉਹਨਾਂ ਦੇ ਜਿਹੜਾ ਪਰਿਵਾਰ ਹੈ ਉਹਨਾਂ ਨੇ ਕਿਵੇਂ ਦੇ ਹਾਲਾਤ ਜਿਹੜੇ ਨੇ ਹੰਡਾਏ ਨੇ। ਰੋਪੜ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਬਾਬ ਸਿੰਘ ਸਿੱਧੂ, ਬਾਬੂ ਸ਼ਾਹੀ ਟਾਈਮਸ।